ਆਰਗੈਨਿਕ ਤਰੀਕੇ ਨਾਲ ਖੇਤੀ ਕਰਨਾ ਔਖਾ ਹੁੰਦਾ ਹੈ। ਸਿੰਥੈਟਿਕ ਫਰਟੀਲਾਈਜ਼ਰਸ ਯੂਜ਼ ਕਰੋ ਤਾਂ ਸਾਰੀਆਂ ਮਿਲਾਵਟਾਂ ਹੁੰਦੀਆਂ। ਤੁਸੀਂ ਆਰਗੈਨਿਕ ਖੇਤੀ ਕਿਉਂ ਚੂਜ਼ ਕੀਤੀ? ਆਮ ਕਣਕ ਬਾਜ਼ਾਰ ਨਾਲੋਂ ਜੇ 2000 ਭਾਅ ਹੈ ਜੀ, ਸਾਡੀ 2700 ਵਿਕਦੀ ਆ। ਅਸੀਂ ਆਰਗੈਨਿਕ ਖੇਤੀ ਕਰਦੇ ਹਾਂ, ਜਿਹਦੇ ਵਿੱਚ ਅਸੀਂ ਬਰਮੀ ਕੰਪੋਸਟ ਪੰਜਾਬ ਐਗਰੋ ਦੇ ਦੱਸੇ ਅਨੁਸਾਰ ਅਸੀਂ ਵੱਡਾ ਢੇਰ ਰੂੜੀ ਦਾ, ਉਸ ਵਿੱਚ ਲੱਕੜ ਦਾ ਬੂਰਾ, ਕੱਚਾ ਕੋਲਾ, ਜੀਵਾਣੂ ਖਾਦ ਸੀਰੇ ਵਿੱਚ ਘੋਲ ਕੇ ਜੀ ਉਹ ਅਸੀਂ ਢੇਰ ਤਿਆਰ ਕਰਦੇ ਹਾਂ। 1 ਮਹੀਨੇ ਵਿੱਚ ਤਿਆਰ ਹੋ ਜਾਂਦਾ ਕਣਕ ਬੀਜਣ ਤੋਂ ਪਹਿਲਾਂ। ਫਿਰ ਆਪਣੇ ਖੇਤ ਵਿੱਚ ਖਿਲਾਰ ਕੇ ਅਸੀਂ ਉਹਨੂੰ ਹੈਪੀ ਸੀਡਰ ਨਾਲ ਬਿਜਾਈ ਕਰਦੇ ਹਾਂ ਜੀ। ਪਰਾਲੀ ਨੂੰ ਅੱਗ ਨਹੀਂ ਲਗਾਉਂਦੇ। ਉਹ ਫਿਰ ਜਦੋਂ ਹੈਪੀ ਸੀਡਰ ਚੱਲਦਾ ਜੀ, ਪਰਾਲੀ ਦੇ ਥੱਲੇ ਉਹ ਚਲਿਆ ਜਾਂਦਾ ਜੀਵਾਣੂ ਖਾਦ ਜਿਹੜਾ ਅਸੀਂ ਤਿਆਰ ਕੀਤਾ ਹੁੰਦਾ। ਇਹ ਮੈਡਮ ਜੀ ਗਊਆਂ ਸਾਡੀਆਂ ਸਾਹੀਏਵਾਲ ਗਊਆਂ ਨੇ। ਇਹਨਾਂ ਦਾ ਸਾਨੂੰ ਬਾਥਰੂਮ ਵੀ ਕੰਮ ਆਉਂਦਾ ਖੇਤਾਂ 'ਚ, ਇਹਨਾਂ ਦਾ ਗੋਬਰ ਵੀ ਕੰਮ ਆਉਂਦਾ। ਇਹਨਾਂ ਦਾ ਦੁੱਧ ਸਾਡਾ 80 ਰੁਪਏ ਲੀਟਰ ਵਿਕਦਾ ਅਤੇ ਇਹਨਾਂ ਦਾ ਜੇ ਅਸੀਂ ਘੀ ਬਣਾਉਂਦੇ ਆ ਉਹ 2000 ਰੁਪਏ ਕਿਲੋ ਵਿਕਦਾ। ਇਹ ਜੀ ਅਸੀਂ ਕੋਧਰੇ ਦਾ ਬੂਟਾ ਲਾਇਆ। ਇਹ ਸੁਲਤਾਨਪੁਰ ਲੋਧੀ ਜਾ ਕੇ ਅਸੀਂ ਟ੍ਰੇਨਿੰਗ ਲਈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਖੇਤੀ ਸ਼ੁਰੂ ਕਰੀ ਤੀ ਬੇਈ ਨਦੀ ਤੇ। ਇਹ ਕੋਧਰੇ ਦਾ ਬੀਜ ਆ। ਇਹ ਤੋਂ ਅਸੀਂ ਇਹ ਜੀਰੀ ਦੀ ਉਹ ਫਸਲ ਆ ਸੌਣੀ ਦੀ, ਇਹ ਅਸੀਂ ਪਿਛਲੇ ਸਾਲ ਆਪਣੇ ਖੇਤ ਵਿੱਚ ਉਗਾਈ ਦੀ। ਇਹਦਾ ਦਲੀਆ ਵੀ ਖਾਧਾ ਜਾਂਦਾ ਜੀ, ਇਹਦਾ ਆਟਾ ਪਿਹਾ ਕੇ ਵੀ ਖਾਧਾ ਜਾਂਦਾ। ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਦੀ ਉਸ ਟਾਈਮ ਦੇ ਅਨਾਜ ਨੇ ਜੀ ਇਹ। ਇਹਨਾਂ ਨੂੰ ਅਸੀਂ ਭੁੱਲ ਚੁੱਕੇ ਹਾਂ। ਅਸੀਂ ਹੁਣ ਕਣਕ ਜੀਰੀ ਦੇ ਚੱਕਰ ਵਿੱਚ ਪੈ ਗਏ, ਇਸੇ ਕਰਕੇ ਸਾਨੂੰ ਬਿਮਾਰੀਆਂ ਵੱਧ ਲੱਗ ਗਈਆਂ। ਜੇ ਅਸੀਂ ਆਪਣੇ ਪੁਰਾਤਨ ਅਨਾਜ ਖਾਣ ਲੱਗ ਜਾਈਏ ਸਾਨੂੰ ਬਹੁਤ ਫਾਇਦੇ ਹੋਣਗੇ। ਜਿਹੜੀ ਕਾਲੀ ਹਲਦੀ ਆ ਉਹ ਸ਼ੂਗਰ, ਕੈਂਸਰ ਦੀਆਂ ਬਿਮਾਰੀਆਂ ਨੂੰ ਹਟਾਇਆ ਕਰੂਗੀ। ਪਹਿਲਾਂ ਤਾਂ ਚਲੋ ਜੋੜ ਦਰਦ ਹਟਦੇ ਦੀ, ਗਠੀਆ ਹਟਦਾ ਦੀ, ਹੁਣ ਇਹ ਬਿਮਾਰ ਸ਼ੂਗਰ ਨੂੰ ਵੀ ਕੰਟਰੋਲ ਕਰੂਗੀ। ਇਹਦੇ ਨਾਲ ਜੋੜ ਦਰਦ, ਸ਼ੂਗਰ, ਕੈਂਸਰ ਵਰਗੀਆਂ ਬਿਮਾਰੀਆਂ ਨੂੰ ਆਪਾਂ ਨੂੰ ਫਾਇਦਾ ਹੋਊਗਾ। ਜਿਹੜਾ ਗਠੀਆ ਕਹਿੰਦੇ ਨੇ, ਯੂਰੀਆ ਤੋਂ ਬਾਅਦ ਗਠੀਏ ਦੀ ਸ਼ਿਕਾਇਤ ਹੋ ਜਾਂਦੀ ਆ, ਜੋੜ ਦਰਦ ਹੋਣ ਲੱਗ ਜਾਂਦੇ ਨੇ। ਇਹ ਖੰਘ ਜ਼ੁਕਾਮ ਨੂੰ ਵੀ ਫਾਇਦਾ ਕਰਦੀ ਹੈ ਜੀ। ਜੇ ਹਲਦੀ ਨੂੰ ਦੁੱਧ ਵਿੱਚ ਪਾ ਕੇ ਪੀਤਾ ਜਾਵੇ, ਇਸ ਦੀ ਪੰਜੀਰੀ ਬਣਾ ਕੇ ਖਾਧੀ ਜਾਵੇ, ਇਹ ਸਾਨੂੰ ਬਹੁਤ ਬਿਮਾਰੀਆਂ ਤੋਂ ਫਾਇਦਾ ਕਰਦੀ ਆ। ਖੰਘ ਜ਼ੁਕਾਮ, ਯੂਰੀਆ ਖੁਦ ਮੈਂ ਆਪਣਾ ਹਟਾਇਆ ਇਹਦੇ ਨਾਲ। ਫਿਰ ਆਪਾਂ ਲੋਕਾਂ ਨੂੰ ਦੱਸਣ ਲੱਗੇ ਹਾਂ, ਆਪਣੇ ਖੇਤਾਂ ਵਿੱਚ ਬੀਜਣ ਲੱਗੇ ਹਾਂ ਜੀ। ਕੱਚੀ ਹਲਦੀ ਵੀ ਦੇਖਦੇ ਸੀ ਘੱਟ ਹੀ ਮਿਲਦੀ ਹੈ, ਬਾਜ਼ਾਰਾਂ 'ਚ ਵੀ ਬਹੁਤ ਘੱਟ ਗਿਆ। ਹਾਂਜੀ, ਹੁਣ ਲੋਕ ਥੋੜੇ ਘੱਟ ਬੀਜਦੇ ਨੇ। ਅਗਲਾ ਕਹਿੰਦਾ ਸਾਲ 'ਚ ਕਿਲੋ 2 ਕਿਲੋ ਲੈਣੀਆਂ। ਇਹ ਸਾਲ ਦੀ ਫਸਲ ਹੈ ਜੀ। ਲੋਕ ਕਹਿੰਦੇ ਨੇ ਵੀ ਅਸੀਂ ਜਲਦੀ ਜਲਦੀ ਆਲੂ ਬੀਜੀਏ, ਜੀਰੀ ਬੀਜੀਏ, ਸੂਰਜਮੁਖੀ ਬੀਜੀਏ, 3 ਫਸਲਾਂ ਲਈਏ, ਪਰ ਇਹ ਸਾਲ ਵਿੱਚ ਇੱਕ ਫਸਲ ਹੁੰਦੀ ਆ। ਇਹਦੇ ਵਿੱਚ ਆਪਣਾ ਲੇਬਰ ਲਾ ਕੇ ਮੂੰਗੀ ਤੋੜ ਲਈ, ਉਸ ਤੋਂ ਬਾਅਦ ਇਹਦਾ ਵਿੱਚ ਕੱਦੂ ਕਰਕੇ ਇਹਦੇ ਵਿੱਚ ਫਿਰ ਅਸੀਂ ਜੀਰੀ ਲਾਵਾਂਗੇ। ਸਾਡੀ ਜੀਰੀ ਵੀ ਹੋ ਜਾਣੀ ਆ। ਕਣਕ ਤੋਂ ਬਾਅਦ ਜਿਹੜਾ ਖੇਤ ਬਾਲੀ ਪਿਆ ਦੀ 2 ਮਹੀਨੇ, ਉਹ ਵੀ ਅਸੀਂ ਕਵਰ ਕਰ ਲਿਆ। ਸਾਨੂੰ ਮੂੰਗੀ ਦੀ ਫਸਲ ਹੋ ਗਈ। ਇਹ ਰਾਗੀ ਦਾ ਬੂਟਾ ਹੈ। ਇਹ ਰਾਗੀ ਦਾ ਬੂਟਾ ਜੀ। ਇਹ ਵੀ ਅਸੀਂ ਪਿਛਲੇ ਸਾਲ ਆਪਣੇ ਖੇਤ ਵਿੱਚ ਉਗਾਈ ਦੀ। ਅਸੀਂ ਕਹਿੰਦੇ ਆ ਬਿਮਾਰੀਆਂ ਤੋਂ ਬਚੀਏ, ਡਾਕਟਰਾਂ ਕੋਲ ਨਾ ਜਾਈਏ, ਮਹਿੰਗੇ ਆਪਰੇਸ਼ਨ ਨਾ ਕਰਾਈਏ। ਅਸੀਂ ਆਪਣੇ ਖੇਤਾਂ ਵਿੱਚ ਇਦਾਂ ਦੇ ਮਿਲਟਸ ਬੀਜ ਕੇ ਆਪਣੀ ਸਿਹਤ ਤੰਦਰੁਸਤ ਰੱਖੀਏ। ਪੱਚੀ ਜੂਨ ਤੋਂ ਆਪਣੇ ਖੇਤਾਂ ਵਿੱਚ ਲਵਾਈ ਜੀਰੀ ਦੀ ਸ਼ੁਰੂ ਕਰਨੀ ਹੈ ਜੀ। ਅਸੀਂ ਕੋਈ ਕਾਹਲੀ ਨਹੀਂ ਕਰਦੇ। ਸਾਡੇ ਵੀ ਜੀਰੀ ਉਨੀਓ ਹੋ ਜਾਂਦੀ ਆ, ਨਾਲੇ ਅਸੀਂ ਇਹ ਵਾਧੂ ਫਸਲਾਂ ਆਪਣੇ ਖੇਤ 'ਚੋਂ ਲੈ ਲੈਂਦੇ ਹਾਂ। ਅਸੀਂ ਕੰਗਣੀ, ਕੋਧਰਾ, ਰਾਗੀ, ਸਵਾਂਕ, ਗੁਰੂ ਨਾਨਕ ਦੇਵ ਜੀ ਮੌਕੇ ਜਿਹੜੀ ਫਸਲ ਬੀਜੀ ਜਾਂਦੀ ਸੀ ਜੀ, ਉਹ ਵੀ ਬੀਜਦੇ ਹਾਂ। ਜਿਹੜਾ ਇਹਨੂੰ ਕੋਈ ਮਾੜਾ ਮੋਟਾ ਤੇਲੂਆ ਵਗੈਰਾ ਕੀੜਾ ਮਕੌੜਾ ਲੱਗਦਾ ਵੀ ਆ, ਉਹ ਸਾਲ ਪੁਰਾਣੀ ਸਾਡੇ ਕੋਲ ਲੱਸੀ ਆ, ਉਹਦੀ ਅਸੀਂ ਇਹਨੂੰ ਸ਼ਾਮ ਵੇਲੇ ਸਪਰੇਅ ਕਰ ਦਿੰਦੇ ਆ। ਉਹ ਇਹਨੂੰ ਜੀ ਕਵਰ ਕਰ ਲੈਂਦੀ ਆ, ਕੋਈ ਇਹਦੇ ਕੀੜਾ ਮਕੌੜਾ ਨਹੀਂ ਲੱਗਦਾ। ਇਹ ਸਾਡੀ ਘਰ ਦੀ ਲੱਸੀ ਬਣਾਈ ਵੀ ਆ। ਇਹ ਫੰਗਸ ਰੋਗ ਨਹੀਂ ਪੈਣ ਦਿੰਦੀ, ਕੋਈ ਵੀ ਖੇਤ ਨੂੰ ਉੱਲੀ ਰੋਗ ਨਹੀਂ ਇਹਦੇ ਨਾਲ ਸਾਡੇ ਨੂੰ ਪੈਂਦਾ। ਇਹ ਅਸੀਂ ਇਹਦੇ ਨਾਲ ਫਾਇਦਾ ਕਰਦੇ ਹਾਂ। ਇਹ ਸਾਡਾ ਜੀਵ ਅੰਮ੍ਰਿਤ ਬਣਾਇਆ ਵਾ ਜੀ। ਇਹ ਵੀ ਸਾਡੇ ਖੇਤਾਂ ਨੂੰ ਗਰੋਥ ਕਰਨ ਨੂੰ ਅਸੀਂ ਇਹਨੂੰ ਵਰਤਦੇ ਹਾਂ। ਇਹਦੇ ਵਿੱਚ ਗੁੜ, ਗਊਆਂ ਦਾ ਬਾਥਰੂਮ, ਗਊਆਂ ਦਾ ਗੋਬਰ ਜੀ, ਦੇਸੀ ਗਊ ਦਾ ਬੇਸਣ ਪਾਇਆ ਜਾਂਦਾ। ਉਹ ਘੋਲ ਤਿਆਰ ਕਰਕੇ, ਜਿੱਦਾਂ ਹੁਣ ਅਸੀਂ
ਆਪਣੇ ਖੇਤਾਂ ਵਿੱਚ ਕਣਕ ਬੀਜਦੇ ਆ, ਉਹਨੂੰ ਫਿਰ ਗਰੋਥ ਕਰਾਉਣ ਨੂੰ ਪਾਣੀ ਦੇ ਨਾਲ ਇਹਨੂੰ ਖੇਤ ਵਿੱਚ ਛੱਡਦੇ ਆ ਜੀ। ਇਹ ਲੱਸੀ ਦੀ ਸਪਰੇਅ ਕੀਤੀ ਜਾਂਦੀ ਆ। ਇਹਨੂੰ ਜੜ ਵਿੱਚ ਜਿੱਦਾਂ ਬੰਦਿਆਂ ਦੇ ਗਲੂਕੋਸ ਲੱਗਦਾ, ਇਹਨੂੰ ਜੜ ਵਿੱਚ 1 ਏਕੜ ਵਿੱਚ 5 ਤੋਂ 6 ਲੀਟਰ ਜੜ ਵਿੱਚ ਪਾਣੀ ਦੇ ਨਾਲ ਇਹਨੂੰ ਖੇਤ ਵਿੱਚ ਛੱਡਿਆ ਜਾਂਦਾ ਹੈ ਜੀ। ਇਹਦੇ ਨਾਲ ਸਾਡੇ ਜੀਵ ਜੰਤੂ ਖੇਤ ਵਿੱਚ ਗੰਡੋਏ ਵੱਧਦੇ ਨੇ। ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ, ਫਸਲ ਸਾਡੀ ਵੱਧ ਮੁਨਾਫਾ ਦਿੰਦੀ ਹੈ ਜੀ। ਘਰ ਦੀ ਲਾਗਤ ਜੀ ਘਰ ਵਿੱਚ ਹੀ ਸਰੀ ਜਾਂਦਾ, ਸਾਨੂੰ ਕੋਈ ਬਾਜ਼ਾਰੋਂ ਮੁੱਲ ਚੀਜ਼ ਨਹੀਂ ਲਿਆਉਣੀ ਪੈਂਦੀ। ਗੋਬਰ ਨਾਲ ਸਾਡਾ ਗੈਸ ਬਣ ਜਾਂਦਾ, ਉਸ ਤੋਂ ਬਾਅਦ ਸਾਡੇ ਖੇਤ ਵਿੱਚ ਗੋਬਰ ਫੇਰ ਕੰਮ ਦੇ ਦਿੰਦਾ ਆ ਕੇ ਸਾਨੂੰ। ਇਹਦੇ ਕਰਕੇ ਸਾਨੂੰ ਬਹੁਤ ਫਾਇਦਾ ਹੁੰਦਾ ਜੀ। ਤੇ ਹਲਦੀ ਵੀ 3 ਤਰ੍ਹਾਂ ਦੀ ਲਗਾਈ ਹੋਈ ਹੈ। ਹੁਣ ਅਸੀਂ ਆਪਣੇ ਪਾਪੂਲਰ ਦਾ ਪੱਟ ਕੇ ਵੇਚ ਦਿੱਤੇ ਜੀ। ਹੁਣ ਅਸੀਂ ਆਪਣੇ ਖੇਤਾਂ ਵਿੱਚ ਸਿੱਧੀ ਹਲਦੀ ਦੀ ਬਿਜਾਈ ਕਰਨ ਲੱਗੇ। ਇਸ ਵਾਰ ਸਾਨੂੰ ਲੁਧਿਆਣਾ ਯੂਨੀਵਰਸਿਟੀ ਤੋਂ ਅੰਬਾ ਹਲਦੀ ਅਤੇ ਸਾਨੂੰ ਕਾਲੀ ਹਲਦੀ ਦਾ ਵੀ ਟ੍ਰਾਇਲ ਦਿੱਤਾ ਗਿਆ ਹੈ। ਹਲਦੀ ਦੀ ਪੰਜੀਰੀ ਬਣਾ ਕੇ ਹੀ ਲੋਕਾਂ ਨੂੰ ਉਪਲਬਧ ਕਰਾਂਗੇ। ਸਾਡੇ ਕੋਲੋਂ ਇਹਦੀ ਪੰਜੀਰੀ ਮਿਲਿਆ ਕਰੂਗੀ। ਸਾਡੇ ਕੋਲ 7 ਨੰਬਰ ਸਰੋਂ ਕਨੌਲਾ ਬੀਜੀ ਹੋਈ ਦੀ, ਉਹਦਾ ਤੇਲ ਕੱਢ ਕੇ ਉਹਦੇ ਵਿੱਚ ਪੰਜੀਰੀ ਬਣਾ ਕੇ ਅਸੀਂ ਦਿਆ ਕਰਾਂਗੇ। ਇਹ ਗੰਡੋਏ ਦੇ ਬਹੁਤ ਫਾਇਦੇ ਹੁੰਦੇ ਨੇ ਆਰਗੈਨਿਕ ਫਾਰਮਿੰਗ ਲਈ। ਹਾਂਜੀ, ਇਹ ਸਾਡੇ ਖੇਤਾਂ ਨੂੰ ਪਲਾਈ ਕਰਦੇ, ਪੋਲਾ ਕਰਦੇ ਨੇ। ਇਹਦੇ ਵਿੱਚ ਅਸੀਂ ਰੂੜੀ ਖਾਦ ਜਿਹੜੇ ਆਪਾਂ ਪਸ਼ੂਆਂ ਦਾ ਗੋਬਰ ਆ ਉਹ ਇਹਦੇ ਵਿੱਚ ਰੱਖ ਸਿੱਟਦੇ ਆ। ਉੱਪਰ ਇਹਦੇ ਵਿੱਚ ਇਹ ਗੰਡੋਏ ਛੱਡਦੇ ਆ। ਇਹ ਖਾ ਕੇ ਵਰਮੀ ਕੰਪੋਸਟ ਬਣ ਜਾਂਦੀ ਹੈ ਜੀ। ਕ੍ਰਿਸ਼ੀ ਵਿਗਿਆਨ ਫਤਿਹਗੜ੍ਹ ਸਾਹਿਬ ਵੱਲੋਂ ਆ ਕੇ ਖੇਤ ਵਿੱਚ ਮੇਰੇ ਲੋਕਾਂ ਨੂੰ ਦਿਖਾਇਆ ਗਿਆ ਵੀ ਆਹ ਦੇਖ ਲਓ ਭਾਈ, ਬਿਨਾਂ ਰੇਹ ਸਪਰੇਅ ਤੋਂ ਵੀ ਫਸਲ ਹੋਈ ਆ। ਹਾਲੇ ਵੀ ਕਾਫੀ ਕਿਸਾਨ ਨੇ ਉਹ ਕਹਿੰਦੇ ਨੇ ਕਿ ਅਸੀਂ ਆਰਗੈਨਿਕ ਫਾਰਮਿੰਗ ਨਹੀਂ ਕਰਨੀ। ਇਹ ਤਾਂ ਕਿਉਂਕਿ ਟਰਾਲੇ ਭਰਨੇ ਹੁੰਦੇ ਆਪਣੇ। ਹਾਂਜੀ, ਉਹਨਾਂ ਨੇ ਟਰਾਲੇ ਭਰਨੇ ਹੁੰਦੇ ਨੇ। ਹੁਣ ਕਣਕ ਦਾ ਰੇਟ 1975 ਰੁਪਏ ਗਵਰਨਮੈਂਟ ਨੇ ਕੀਤਾ ਸੀ। ਉਹ ਵੀ ਫਿਰ ਕਹਿੰਦੇ ਨੇ ਜੀ ਟੋਕਨ ਮਿਲੂਗਾ, ਟੋਕਨ ਲੈ ਕੇ ਤਾਂ ਮੰਡੀ ਵਿੱਚ ਜਾਓ ਤੁਸੀਂ। ਕਰੋਨੇ ਦਾ ਚੱਲਦਾ, ਉੱਥੇ ਇਕੱਠ ਨਹੀਂ ਕਰਨਾ, ਭੀੜ ਨਹੀਂ ਕਰਨੀ। ਜਦ ਕਿ ਅਸੀਂ ਕਿਤੇ ਨਹੀਂ ਜਾਂਦੇ, ਸਾਡੇ ਕਸਟਮਰ ਸਾਡੇ ਖੇਤ 'ਚ ਆਪ ਆ ਕੇ ਸਾਨੂੰ ਫੋਨ ਆਉਂਦੇ ਨੇ। ਸਾਤੋਂ ਆਪਣੇ ਖੇਤ ਵਿੱਚੋਂ ਆ ਕੇ ਹੀ ਸਾਡੀ ਕਣਕ, ਹਲਦੀ, ਚੌਲ, ਸਰੋਂ ਦਾ ਤੇਲ ਸਾਤੋਂ ਆ ਕੇ ਆਪਣੇ ਫਾਰਮ ਤੋਂ ਹੀ ਲੋਕ ਲੈ ਕੇ ਜਾਂਦੇ ਨੇ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਜਸਨੂਰ ਤਵਨ। ਅੱਜ ਅਸੀਂ ਆਏ ਹਾਂ ਪਿੰਡ ਸਲਾਨਾ ਵਿਖੇ। ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਆਰਗੈਨਿਕ ਫਾਰਮਿੰਗ, ਆਰਗੈਨਿਕ ਖੇਤੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਕਿਉਂਕਿ ਅਕਸਰ ਅਸੀਂ ਬੱਚੇ ਹੁੰਦੇ ਕਿਤਾਬਾਂ 'ਚ ਤਾਂ ਜ਼ਰੂਰ ਪੜ੍ਹਦੇ ਹੁੰਦੇ ਸੀ ਕਿ ਆਰਗੈਨਿਕ ਫਾਰਮਿੰਗ ਦੇ ਫਾਇਦੇ ਕੀ ਹਨ, ਕਿਸ ਤਰ੍ਹਾਂ ਕਿਸਾਨ ਆਪਣੀ ਖੇਤੀ ਕਰਦੇ ਨੇ ਆਰਗੈਨਿਕ ਫਾਰਮਿੰਗ ਦੇ ਜ਼ਰੀਏ। ਪਰ ਕੈਮੀਕਲ ਫਰਟੀਲਾਈਜ਼ਰ ਆ ਗਏ ਤਾਂ ਹਰ ਕੋਈ ਉਸ ਪਾਸੇ ਭੱਜ ਗਿਆ। ਤਾਂ ਆਰਗੈਨਿਕ ਫਾਰਮਿੰਗ, ਆਰਗੈਨਿਕ ਖੇਤੀ ਕੰਪੋਸਟਿੰਗ ਦੇ ਜ਼ਰੀਏ ਕੀਤੀ ਜਾਂਦੀ ਹੈ। ਕਿਤੇ ਨਾ ਕਿਤੇ ਰੁਲ ਗਈ ਵਿੱਚ ਆਪਸ 'ਚ, ਕਿਉਂਕਿ ਕਿਤੇ ਨਾ ਕਿਤੇ ਆਰਗੈਨਿਕ ਫਾਰਮਿੰਗ ਦਾ ਜੋ ਰੇਟ ਹੁੰਦਾ ਹੈ, ਜੋ ਫਸਲ ਜਦੋਂ ਵੇਚਣ ਲਈ ਜਾਂਦੇ ਹੈ ਤਾਂ ਉਹਦਾ ਰੇਟ ਵੀ ਕਾਫੀ ਵੱਧ ਹੁੰਦਾ ਹੈ। ਤਾਂ ਲੋਕੀ ਮਹਿੰਗਾਈ ਦੇ ਕਾਰਨ ਵੀ ਦੂਜੀ ਜੋ ਬੀਜ ਦੇ ਫਸਲ ਹੁੰਦੀ ਹੈ ਉਹ ਖਾਣੀ ਪ੍ਰੈਫਰ ਕਰਦੇ ਆ। ਬਟ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਰਗੈਨਿਕ ਫਾਰਮਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਕੀ ਫਾਇਦੇ ਨੇ। ਕਿਉਂਕਿ ਸੋਇਲ ਦੀ, ਮਿੱਟੀ ਦੀ ਫਰਟੀਲਿਟੀ ਲਈ ਬਹੁਤ ਲਾਭਦਾਇਕ ਹੁੰਦੀ ਹੈ ਤੇ ਇਸ ਦੇ ਨਾਲ ਹੀ ਪੋਲਿਊਸ਼ਨ ਤੇ ਵੇਸਟੇਜ ਆਰਗੈਨਿਕ ਫਾਰਮਿੰਗ ਦੇ ਜ਼ਰੀਏ ਬਹੁਤ ਹੀ ਘੱਟ ਹੁੰਦੀ ਹੈ। ਤਾਂ ਮਾਹਰ ਸਾਡੇ ਨਾਲ ਮੌਜੂਦ ਨੇ, ਰਣਧੀਰ ਸਿੰਘ ਭੁੱਲਰ ਜੀ। ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ। ਹਾਂਜੀ ਜੀ, ਤਾਂ ਆਰਗੈਨਿਕ ਫਾਰਮਿੰਗ ਦੀ ਅਸੀਂ ਗੱਲ ਕਰੀਏ ਸੀਗੇ ਤਾਂ ਬਚਪਨ 'ਚ ਤਾਂ ਬਹੁਤ ਪੜ੍ਹਦੇ ਹੁੰਦੇ ਸੀਗੇ, ਕਿਤਾਬਾਂ 'ਚ ਤਾਂ ਲੋਕਾਂ ਨੂੰ ਪੜ੍ਹਾਇਆ ਜਾਂਦਾ, ਬੱਚਿਆਂ ਨੂੰ ਬਹੁਤ ਜਾਣਕਾਰੀ ਦਿੱਤੀ ਜਾਂਦੀ ਹੈ ਆਰਗੈਨਿਕ ਫਾਰਮਿੰਗ ਦੀ। ਪਰ ਜਦ ਅਸਲ 'ਚ ਗੱਲ ਆਉਂਦੀ ਹੈ, ਅਸੀਂ ਜਦ ਖੇਤਾਂ ਵੱਲ ਨੂੰ ਤੁਰਦੇ ਆ ਤਾਂ ਆਰਗੈਨਿਕ ਫਾਰਮਿੰਗ ਬਿਲਕੁਲ ਨਹੀਂ ਹੈ। ਠੀਕ ਹੈ ਮੈਡਮ ਜੀ। ਮੈਂ ਆਪਣੇ ਖੇਤਾਂ ਵਿੱਚ 11 ਸਾਲ ਤੋਂ ਆਰਗੈਨਿਕ ਖੇਤੀ ਕਰਨ ਲੱਗਿਆ ਜੀ। ਮੈਂ ਉਦੋਂ ਤੋਂ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਈ। ਜਿੱਦਾਂ ਹੁਣ ਮੈਂ ਆਪਣੀ ਕਣਕ ਵੱਢੀ, ਉਸ ਤੋਂ ਬਾਅਦ 2 ਮਹੀਨੇ ਖੇਤ ਖਾਲੀ ਰਹਿੰਦੇ ਨੇ ਜੀ। ਮੈਂ ਆਪਣੇ ਖੇਤ ਵਿੱਚ ਮੂੰਗੀ ਬੀਜੀ ਆ। ਇਹ ਮੂੰਗੀ ਅਸੀਂ 2 ਤੜਾਈਆਂ ਕਰਕੇ ਇਹਦੇ ਵਿੱਚ ਆਪਣਾ ਲੇਬਰ ਲਾ ਕੇ ਮੂੰਗੀ ਤੋੜ ਲਈ। ਉਸ ਤੋਂ ਬਾਅਦ ਇਹਦਾ ਵਿੱਚ ਕੱਦੂ ਕਰਕੇ ਇਹਦੇ ਵਿੱਚ ਫਿਰ ਅਸੀਂ ਜੀਰੀ ਲਾਵਾਂਗੇ। ਸਾਡੀ ਜੀਰੀ ਵੀ ਹੋ ਜਾਣੀ ਆ। ਕਣਕ ਤੋਂ ਬਾਅਦ ਜਿਹੜਾ ਖੇਤ ਬਾਲੀ ਪਿਆ ਸੀ 2 ਮਹੀਨੇ, ਉਹ ਵੀ ਅਸੀਂ ਕਵਰ ਕਰ ਲਿਆ। ਸਾਨੂੰ ਮੂੰਗੀ ਦੀ ਫਸਲ ਹੋ ਗਈ। ਅਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰੀ, ਸਾਨੂੰ ਖਾਦ ਪਾਉਣ ਦੀ ਲੋੜ ਨਹੀਂ ਪੈਣੀ। ਜੇ ਲੋੜ ਵੀ ਪਊਗੀ ਅਸੀਂ ਇਹਦੇ ਵਿੱਚ ਥੋੜੀ ਸਰੋਂ ਦੀ ਖਲ, ਪਰ ਏਕੜ 15 ਕਿਲੋ ਸਰੋਂ ਦੀ ਖਲ ਵਰਤਾਂਗੇ। ਉਹਦੇ ਨਾਲ ਕੜੱਤਣ ਵੀ ਹੋਊਗੀ ਅਤੇ ਬੂਟਾ ਗਰੋਥ ਵੀ ਕਰੂਗਾ ਜੀ। ਉਸ ਤੋਂ ਬਾਅਦ ਅਸੀਂ ਆਪਣਾ ਮੱਕੀ ਬੀਜੀ ਆ ਜੀ। ਮੱਕੀ ਅਸੀਂ ਹੁਣ ਆਪਣੇ ਪਸ਼ੂਆਂ ਨੂੰ ਚਾਰ ਬਣਾਵਾਂਗੇ, ਸੈਲਜ ਬਣਾ ਕੇ। ਇਹ ਵੀ ਕਣਕ ਵੱਢ ਕੇ ਬੀਜੀ ਗਈ ਆ ਜੀ। ਹੁਣ ਅਸੀਂ ਇਹਦੇ ਵਿੱਚ ਫੇਰ ਉਸ ਤੋਂ ਬਾਅਦ ਜੀਰੀ ਵੀ ਲੱਗ ਜਾਣੀ ਆ,
ਨਹੀਂ ਤਾਂ 2-2 ਮਹੀਨੇ ਖੇਤ ਬਾਲੀ ਪਏ ਰਹਿੰਦੇ ਨੇ, ਕੋਈ ਫਾਇਦਾ ਨਹੀਂ। ਲੋਕ ਜਲਦੀ ਕਰਦੇ ਨੇ ਜੀਰੀ ਲਾਉਣ ਦੀ, ਅਸੀਂ ਆਰਾਮ ਨਾਲ ਅਜੇ ਜੀਰੀ ਲਾਉਣ ਦੀ ਤਿਆਰੀ ਕਰਨੀ ਆ, ਮੂੰਗੀ ਵੀ ਵੱਢਣੀ ਆ, ਮੱਕੀ ਵੀ ਵੱਢਣੀ ਆ, ਜੀਰੀ ਸਾਡੀ ਫੇਰ ਵੀ ਹੋ ਜਾਣੀ ਆ। ਨਾਲੇ ਪਾਣੀ ਦੀ ਬਚਤ ਹੋਣੀ ਆ ਜੀ, ਬਰਸਾਤਾਂ ਪੈਣ ਲੱਗ ਜਾਣਗੀਆਂ। ਨਹੀਂ ਤਾਂ ਲੋਕ ਜਲਦੀ ਉਹ ਜੇਠ ਨਹੀਂ ਚੜ੍ਹਨ ਦਿੰਦੇ, ਜਲਦੀ ਦੇ ਕੇ ਜੀਰੀ ਲਾਉਣ ਲੱਗ ਜਾਂਦੇ ਨੇ। ਗੌਰਮੈਂਟ ਨੇ ਬਹੁਤ ਧੰਨਵਾਦ ਕਰਦੇ ਆ ਜੀ ਗੌਰਮੈਂਟ ਦਾ, ਜਿਹੜਾ ਲੇਟ ਕਰਿਆ। ਨਹੀਂ ਤਾਂ ਅੱਗੇ ਪਹਿਲਾਂ ਕਣਕ ਵੱਢਦੇ ਤੀ, ਜਦੇ ਪਨੀਰੀ ਬੀਜਣ ਲੱਗ ਜਾਂਦੇ ਤੀ। ਹੁਣ ਚਲੋ ਗੌਰਮੈਂਟ ਨੇ ਪਹਿਲਾਂ 15 ਜੂਨ ਕਰਿਆ ਤੀ, ਥੋੜੀ ਲੇਬਰ ਦੀ ਦਿੱਕਤ ਕਰਕੇ ਹੁਣ ਸਾਨੂੰ ਫੇਰ 10 ਜੂਨ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣੇ ਖੇਤਾਂ ਵਿੱਚ 25 ਜੂਨ ਤੋਂ ਆਪਣੇ ਖੇਤਾਂ ਵਿੱਚ ਲਵਾਈ ਜੀਰੀ ਦੀ ਸ਼ੁਰੂ ਕਰਨੀ ਹੈ ਜੀ। ਅਸੀਂ ਕੋਈ ਕਾਹਲੀ ਨਹੀਂ ਕਰਦੇ, ਸਾਡੇ ਵੀ ਜੀਰੀ ਉਨੀਓ ਹੋ ਜਾਂਦੀ ਆ, ਨਾਲੇ ਅਸੀਂ ਇਹ ਵਾਧੂ ਫਸਲਾਂ ਆਪਣੇ ਖੇਤ ਚੋਂ ਲੈ ਲੈਂਦੇ ਆ, ਸਾਨੂੰ ਬਹੁਤ ਫਾਇਦਾ ਹੁੰਦਾ ਜੀ। ਅਸੀਂ ਆਪਣੇ ਖੇਤਾਂ ਵਿੱਚ ਬਾਕੀ ਵਰਮੀ ਕੰਪੋਸਟ ਵਰਤਦੇ ਆ, ਅਤੇ ਆਪਾਂ ਨੇ ਸਾਹੀਏਵਾਲ ਗਊਆਂ ਰੱਖੀਆਂ ਜੀ, ਮਾਰਵਾੜੀ ਨਸਲ ਦੀਆਂ ਘੋੜੀਆਂ ਰੱਖੀਆਂ, ਉਹਨਾਂ ਦਾ ਗੋਬਰ ਵੀ ਸਾਨੂੰ ਖੇਤਾਂ ਵਿੱਚ ਕੰਮ ਆਉਂਦਾ ਹੈ, ਹਰੀ ਖਾਦ ਵੀ ਕੰਮ ਆਉਂਦੀ ਆ। ਅਸੀਂ ਕੋਈ ਕੈਮੀਕਲ, ਕੋਈ ਯੂਰੀਆ, DAP ਨਹੀਂ ਲੈਣ ਜਾਂਦੇ। ਜਿਹੜੀ ਅਸੀਂ ਖੇਤੀ ਕਰਦੇ ਆ ਆਰਗੈਨਿਕ ਤਰੀਕੇ ਨਾਲ ਹੀ ਕਰਦੇ ਆ ਜੀ। ਪਰ ਆਰਗੈਨਿਕ ਤਰੀਕੇ ਨਾਲ ਖੇਤੀ ਕਰਨਾ ਔਖਾ ਹੁੰਦਾ ਹੈ, ਸਿੰਥੈਟਿਕ ਫਰਟੀਲਾਈਜ਼ਰਸ ਯੂਜ਼ ਕਰੋ ਤਾਂ ਸਾਰੀਆਂ ਮਿਲਾਵਟਾਂ ਹੁੰਦੀਆਂ। ਤੁਸੀਂ ਆਰਗੈਨਿਕ ਖੇਤੀ ਕਿਉਂ ਚੂਜ਼ ਕੀਤੀ? ਇਹ ਮੈਡਮ ਜੀ, ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਆਪ ਨੂੰ ਹੀ ਯੂਰੀਆ ਵਧਣ ਲੱਗ ਗਿਆ ਸੀ। ਯੂਰੀਆ ਵਧਣ ਲੱਗਿਆ, ਚਲੋ ਮੈਂ ਦਵਾਈਆਂ ਖਾਣ ਲੱਗਿਆ। ਡਾਕਟਰ ਕਹਿੰਦੇ ਨੇ ਜੇ ਯੂਰੀਆ ਵੱਧਦਾ, ਸਾਬਤ ਮੂੰਗੀ ਨਹੀਂ ਖਾਣੀ, ਪਨੀਰ ਨਹੀਂ ਖਾਣਾ, ਤਾਕਤ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ। ਅਗਰ ਅਸੀਂ ਤਾਕਤ ਵਾਲੀਆਂ ਚੀਜ਼ਾਂ ਨਹੀਂ ਖਾਂਦੇ, ਫਿਰ ਅਸੀਂ ਖੇਤ ਵਿੱਚ ਕੰਮ ਕਿੱਦਾਂ ਕਰਾਂਗੇ? ਜੇ ਅਸੀਂ ਖੁਰਾਕ ਨਹੀਂ ਲੈਣੀ ਪ੍ਰੋਪਰ, ਫਿਰ ਖੇਤ ਵਿੱਚ ਕੰਮ ਕੌਣ ਕਰੂਗਾ? ਫਿਰ ਅਸੀਂ ਸੋਚਿਆ ਵੀ ਇਹ ਬਿਨਾਂ ਯੂਰੀਏ ਤੋਂ ਜਿੰਨੀ ਹੋਊ ਸਾਡੀ ਘੱਟ ਹੋ ਜੂਗੀ। ਅਸੀਂ ਕਰਨ ਲੱਗੇ, ਪਹਿਲਾਂ 1 ਏਕੜ ਸ਼ੁਰੂ ਕੀਤਾ ਸੀ, ਹੁਣ ਅਸੀਂ 5 ਏਕੜ ਕਰਨ ਲੱਗੇ। ਹੁਣ ਸਾਡੇ ਸੇਲ ਹੋਣ ਲੱਗੀ। ਪੰਜਾਬ ਐਗਰੋ ਚੰਡੀਗੜ੍ਹ ਨਾਲ ਵੀ ਸਾਡਾ ਗਠਬੰਧਨ ਹੋ ਗਿਆ ਜੀ, ਉਹ ਸਾਤੋਂ ਫਸਲ ਲੈਣ ਲੱਗੇ। ਸਾਡੇ ਹੋਰ ਕਸਟਮਰ ਬਣ ਗਏ। ਸਾਡੇ ਨੇੜੇ ਖੰਨਾ ਸ਼ਹਿਰ ਪੈਂਦਾ, ਅਮਲੋਹ, ਗੋਬਿੰਦਗੜ੍ਹ, ਚੰਡੀਗੜ੍ਹ, ਸਾਤੋਂ ਸਾਰੇ ਸਾਡੀ ਮੋਟਰ ਤੇ ਹੀ ਆ ਕੇ ਫਾਰਮ ਤੋਂ ਹੀ ਸਾਤੋਂ ਕਣਕ ਵੀ ਲੈਂਦੇ ਨੇ। ਅਸੀਂ ਕੰਗਣੀ, ਕੋਧਰਾ, ਰਾਗੀ, ਸਵਾਂਕ, ਗੁਰੂ ਨਾਨਕ ਦੇਵ ਜੀ ਮੌਕੇ ਜਿਹੜੀ ਫਸਲ ਬੀਜੀ ਜਾਂਦੀ ਤੀ ਜੀ, ਉਹ ਵੀ ਬੀਜਦੇ ਹਾਂ। ਸਰੋਂ ਬੀਜਦੇ ਹਾਂ 7 ਨੰਬਰ ਕਨੌਲਾ, ਉਹ ਵੀ ਅਸੀਂ ਉਹਦਾ ਕੱਚੀ ਘਾਣੀ ਦਾ ਤੇਲ ਵੇਚਦੇ ਹਾਂ ਜੀ। ਹਲਦੀ ਬੀਜਦੇ ਹਾਂ ਅਸੀਂ ਸਾਰੇ, ਜਿਹੜਾ ਵੀ ਕੋਈ ਕੰਮ ਹੋਵੇ। ਸੋਆਬੀਨ ਉਹ ਵੀ ਘਰ ਦੀ ਬੀਜਦੇ ਹਾਂ ਜੀ। ਤੇ ਅਸੀਂ ਜਦੋਂ ਗੱਲ ਕਰਦੇ ਹਾਂ ਆਰਗੈਨਿਕ ਫਾਰਮਿੰਗ ਦੀ ਗੱਲ ਕਰੀਏ ਤਾਂ ਪੋਲਿਊਸ਼ਨ ਕਹਿੰਦੇ ਕਿ ਬਹੁਤ ਘਟ ਜਾਂਦੀ ਹੈ। ਹਾਂਜੀ। ਦੂਜੀ ਫਾਰਮਿੰਗ ਪਰਾਲੇ ਨੂੰ ਸਾੜਿਆ ਜਾਂਦਾ ਹੈ। ਸਾੜਿਆ ਜਾਂਦਾ ਜੀ, ਆਰਗੈਨਿਕ ਫਾਰਮਿੰਗ 'ਚ ਨਹੀਂ ਸਾੜਿਆ ਜਾਂਦਾ। ਨਹੀਂ ਜੀ, ਅਸੀਂ ਆਪਣੇ ਖੇਤਾਂ ਵਿੱਚ ਅੱਗ ਲਾਉਣੀ ਬੰਦ ਕਰਤੀ, ਹੈਪੀ ਸੀਡਰ ਯੂਜ਼ ਕਰਨ ਲੱਗੇ। ਹੈਪੀ ਸੀਡਰ ਨਾਲ ਅਸੀਂ ਉੱਦਾਂ ਹੀ ਕਣਕ ਬੀਜ ਦਿੰਨੇ ਆ, ਸਾਨੂੰ ਕੋਈ ਅੱਗ ਨਹੀਂ ਲਾਉਣੀ ਪੈਂਦੀ। ਨਾਲੇ ਤਾਂ ਸਾਡੇ ਨਦੀਨ ਨਹੀਂ ਉੱਗਦੇ ਜੀ ਖੇਤਾਂ ਵਿੱਚ, ਨਾਲੇ ਸਾਨੂੰ ਪਾਣੀ ਦੀ ਬਚਤ ਹੁੰਦੀ ਹੈ। ਜਦੋਂ ਅਸੀਂ ਕਣਕ ਬੀਜ ਦਿੰਨੇ ਆ, ਪਰਾਲੀ ਉੱਪਰ ਮਲਚ ਹੋ ਜਾਂਦੀ ਆ ਖੇਤਾਂ ਵਿੱਚ, ਉਹ ਫਿਰ ਸਾਡੇ ਖੇਤ ਨੂੰ ਧੁੱਪ ਨਹੀਂ ਲੱਗਣ ਦਿੰਦੀ। ਉਹਦੇ ਨਾਲ ਸਾਨੂੰ ਪਾਣੀ ਦੀ ਲੋੜ ਨਹੀਂ ਪੈਂਦੀ। ਜੇ ਕਣਕ ਨੂੰ 5 ਪਾਣੀਆਂ ਦੀ ਲੋੜ ਪੈਂਦੀ ਹੈ, ਜੇ ਹੈਪੀ ਸੀਡਰ ਨਾਲ ਬੀਜੀਏ ਤਾਂ ਸਾਨੂੰ 2 ਪਾਣੀਆਂ ਨਾਲ ਹੀ ਸਰ ਜਾਂਦਾ ਹੈ। ਜਿੱਦਾਂ ਲੋਕ ਕਹਿੰਦੇ ਨੇ ਵੀ ਗਰਮੀ ਵੱਧ ਪੈਂਦੀ ਆ, ਵੀ ਝਾੜ ਘਟੂਗਾ, ਇਸ ਵਾਰ ਜਲਦੀ ਗਰਮੀ ਪੈਣ ਲੱਗ ਗਈ। ਆਪਣੇ ਦਰਖਤ ਬਹੁਤ ਘਟ ਗਏ, ਉਹਦੇ ਨਾਲ ਗਰਮੀ ਬਹੁਤ ਪੈਂਦੀ ਆ। ਆਪਾਂ ਸਭ ਨੂੰ ਕਹਿੰਦੇ ਆ ਵੀ ਦਰਖਤ ਲਾਓ, ਆਪਣੇ ਵੱਧ ਤੋਂ ਵੱਧ ਪ੍ਰਦੂਸ਼ਣ ਆਪਣਾ ਵਾਤਾਵਰਨ ਸਾਫ਼ ਰਹੇ, ਆਪਣਾ ਪਾਣੀ ਬਚਾਓ ਆਪਣੇ ਬੱਚਿਆਂ ਵਾਸਤੇ। ਜੇ ਆਪਾਂ ਇਹ ਖੇਤੀ ਕਰਨ ਲੱਗ ਜਾਈਏ, ਪਾਣੀ ਵੀ ਬਚੂਗਾ, ਪ੍ਰਦੂਸ਼ਣ ਨਹੀਂ ਹੋਊਗਾ, ਆਪਦਾ ਵਾਤਾਵਰਨ ਵੀ ਸ਼ੁੱਧ ਰਹੂਗਾ, ਆਪਣਾ ਖਾਣ ਪੀਣ ਵੀ ਜ਼ਹਿਰ ਮੁਕਤ ਹੋਊਗਾ। ਆਪਾਂ ਡਾਕਟਰਾਂ ਕੋਲ ਜਾਣ ਤੋਂ ਬਚਾਂਗੇ, ਵਾਧੂ ਦੀਆਂ ਦਵਾਈਆਂ ਖਾਂਦੇ ਆ। ਮੈਂ ਹੁਣ ਇਹ ਖੇਤੀ ਕਰਨ ਲੱਗ ਗਿਆ ਜੀ ਆਰਗੈਨਿਕ, ਮੈਨੂੰ ਕੋਈ ਯੂਰੀਆ ਨਹੀਂ, ਕੋਈ ਮੈਨੂੰ ਬਿਮਾਰੀ ਨਹੀਂ। ਮੈਂ ਆਪਣੇ ਖੇਤਾਂ ਵਿੱਚ ਹੱਥੀਂ ਕੰਮ ਕਰਦਾ, ਸਾਰਾ ਕੁਝ ਖਾਣਾ ਵੀ ਆ। ਜਿਹੜੇ ਡਾਕਟਰਾਂ ਨੇ ਮੇਰਾ ਬੰਦ ਕਰਿਆ ਸੀ, ਪਨੀਰ ਨਹੀਂ ਖਾਣਾ, ਸਾਬਤ ਮੂੰਗੀ ਨਹੀਂ ਖਾਣੀ, ਚਣੇ ਨਹੀਂ ਖਾਣੇ, ਚਣੇ ਵੀ ਮੈਂ ਆਪਦੇ ਘਰ ਦੇ ਬੀਜਦਾ। ਉਹ ਪੰਜਾਬ ਆਪਣੇ ਕ੍ਰਿਸ਼ੀ ਵਿਗਿਆਨ ਫਤਿਹਗੜ੍ਹ ਸਾਹਿਬ ਵੱਲੋਂ ਮੈਨੂੰ ਟਰਾਇਲ ਲਵਾਇਆ ਗਿਆ ਸੀ ਛੋਲਿਆਂ ਦਾ, ਉਹ ਮੈਂ ਆਪਣੇ ਖੇਤ ਵਿੱਚ ਬੀਜੇ। ਉਹਨਾਂ 'ਚ ਕੋਈ ਚੀਜ਼ ਨਹੀਂ ਪਾਈ, ਉਹ ਮੇਰੇ ਖੇਤ 'ਚ ਟਰਾਇਲ ਲੱਗਿਆ। ਆਪਣੇ ਕ੍ਰਿਸ਼ੀ ਵਿਗਿਆਨ ਫਤਿਹਗੜ੍ਹ ਸਾਹਿਬ ਵੱਲੋਂ ਆ ਕੇ ਖੇਤ ਵਿੱਚ ਮੇਰੇ ਲੋਕਾਂ ਨੂੰ ਦਿਖਾਇਆ ਗਿਆ ਵੀ ਆਹ ਦੇਖ ਲਓ ਭਾਈ, ਬਿਨਾਂ ਰੇਹ ਸਪਰੇਅ ਤੋਂ ਵੀ ਫਸਲ ਹੋਈ ਆ। ਕਿਉਂ ਨਾ ਆਪਾਂ ਸਾਰੇ ਰਲ ਕੇ ਹੰਬਲਾ ਮਾਰੀਏ, ਨਾਲੇ ਪਾਣੀ ਬਚਾਈਏ। ਛੋਲਿਆਂ ਨੂੰ ਕੋਈ ਪਾਣੀ ਨਹੀਂ ਜੀ ਲੱਗਿਆ, ਕੋਈ ਸਪਰੇਅ ਨਹੀਂ ਹੋਈ, ਕੋਈ ਰੇਹ ਨਹੀਂ ਪਾਇਆ।
ਆ ਮੂੰਗੀ ਦੀ ਫਸਲ ਹੈ? ਹਾਂਜੀ, ਇਹ ਮੂੰਗੀ ਦੀ ਫਸਲ ਆ। ਇਹ ਅਸੀਂ ਕਣਕ ਵੱਢ ਕੇ ਹੈਪੀ ਸੀਡਰ ਨਾਲ ਸਿੱਧੀ ਬਿਜਾਈ ਕਰੀ ਆ। ਨਾਲੇ ਤਾਂ ਸਾਡੇ ਡੀਜ਼ਲ ਦੀ ਬਚਤ ਹੋਈ, ਨਹੀਂ ਤਾਂ ਹੁਣ ਡੀਜ਼ਲ ਸਾਡਾ 90 ਰੁਪਏ ਲੀਟਰ ਹੋ ਗਿਆ। ਜੇ ਖੇਤ ਨੂੰ ਅਸੀਂ ਵਾਹ ਕੇ ਬੀਜਦੇ ਸਾਡਾ ਕਿੰਨਾ ਡੀਜ਼ਲ ਖਪਤ ਹੋਣਾ ਸੀ। ਅਸੀਂ ਇਹਨੂੰ ਹੈਪੀ ਸੀਡਰ ਨਾਲ ਕਣਕ ਵੱਢ ਕੇ ਸਿੱਧੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਆ ਜੀ। 1 ਏਕੜ ਵਿੱਚ 10 ਕਿਲੋ ਅਸੀਂ ਬੀਜ ਪਾਇਆ। ਆ ਇਹਨੂੰ ਮੂੰਗੀ ਲੱਗਣ ਲੱਗ ਗਈ। ਹੁਣ ਇਹਦੀ ਅਸੀਂ ਤੜਾਈ ਕਰਾਵਾਂਗੇ ਲੇਬਰ ਲਾ ਕੇ। ਉਸ ਤੋਂ ਬਾਅਦ ਇਹਦਾ ਵਿੱਚ ਕੱਦੂ ਕਰਕੇ ਮਲਚ ਹੋ ਜਾਊਗਾ ਇਹਦੀ ਜੀ। ਫਿਰ ਇਹ 'ਚ ਜੀਰੀ ਲੱਗ ਜੂਗੀ ਬਾਸਮਤੀ ਆਰਗੈਨਿਕ। ਇਹ 'ਚ ਸਾਨੂੰ ਕੋਈ ਖਾਦ ਰੇਹ ਸਪਰੇਅ ਪਾਉਣ ਦੀ ਲੋੜ ਨਹੀਂ। ਜੇ ਲੋੜ ਵੀ ਪੈਂਦੀ ਆ ਜੀ ਸਰੋਂ ਦੀ ਖਲ ਅਸੀਂ ਪਾ ਦਾਂਗੇ ਇਹਦੇ ਵਿੱਚ। ਇਹ 'ਚ ਸਾਨੂੰ ਬਹੁਤ ਫਾਇਦਾ ਹੁੰਦਾ। ਇਹ ਜ਼ਹਿਰ ਮੁਕਤ ਮੂੰਗੀ ਆ ਜੀ। ਨਹੀਂ ਤਾਂ ਆਪਾਂ ਬਾਜ਼ਾਰਾਂ 'ਚ ਜਾਂਦੇ ਆ, ਤਰ੍ਹਾਂ ਦੇ ਉੱਪਰ ਕੈਮੀਕਲ ਲਾ ਕੇ ਚਮਕਾ ਕੇ ਸਾਨੂੰ ਦਿੱਤੀ ਜਾਂਦੀ ਆ। ਇਹ ਦੇਸੀ ਮੂੰਗੀ ਆ। ਇਹ ਵੀ ਮੈਨੂੰ ਫਤਿਹਗੜ੍ਹ ਸਾਹਿਬ KVK ਵੱਲੋਂ ਮੁਫਤ ਇਹਦਾ ਟ੍ਰਾਇਲ ਦਿੱਤਾ ਗਿਆ ਸੀ। ਮੈਂ ਆਪਣੇ ਖੇਤਾਂ ਵਿੱਚ ਮੂੰਗੀ ਬੀਜੀ ਆ ਜੀ, ਹਰ ਸਾਲ ਬੀਜਦਾ ਜੀ। ਤੇ ਕਿਹਾ ਜਾਂਦਾ ਕਿ ਆਰਗੈਨਿਕ ਖੇਤੀ ਦੇ ਨਾਲ ਨਾ ਕੀੜੇ ਨਹੀਂ ਪੈਂਦੇ ਫਸਲ ਨੂੰ, ਸਹੀ ਹੈ? ਹਾਂਜੀ, ਇਹਦੇ ਵਿੱਚ ਜੇ ਆਪਾਂ ਇਹ 'ਚ DAP ਯੂਰੀਆ ਵਰਤਾਂਗੇ ਜੀ, ਉਹਦੇ ਨਾਲ ਫਿਰ ਇਹਨੂੰ ਕੀੜਾ ਲੱਗਦਾ। ਅਸੀਂ ਇਹਨੂੰ ਦੇਖ ਲਓ, ਕੋਈ ਸਪਰੇਅ ਨਹੀਂ ਕਰੀ, ਕਿੰਨਾ ਵਧੀਆ ਖੇਤ ਖੜਾ ਹੈ। ਚਲੋ ਇਸ ਵਾਰ ਥੋੜੇ ਮੀਂਹ ਪੈਂਦੇ ਨੇ, ਇਹਦੇ ਕਰਕੇ ਥੋੜਾ ਜਿਹਾ ਫਲਾਰ ਵੱਧ ਹੋ ਗਿਆ। ਨਹੀਂ ਤਾਂ ਇਹਨੇ ਨੀਵੀਂ ਰਹਿਣਾ ਸੀ। ਜਿੰਨਾ ਨੀਵੀਂ ਰਹੀ ਓਨਾ ਇਹਨੂੰ ਵੱਧ ਫਲੀ ਲੱਗਦੀ ਆ ਜੀ। ਇਸ ਵਾਰ ਚਲੋ ਥੋੜੀ ਬਰਸਾਤ ਵੱਧ ਹੁੰਦੀ ਆ, ਇਸ ਕਰਕੇ ਥੋੜਾ ਜਿਹਾ ਇਹਦਾ ਲੰਬਾਈ ਵੱਧ ਗਈ। ਨਹੀਂ ਤਾਂ ਇਹ ਬਹੁਤ ਵਧੀਆ ਫਸਲ ਆ ਜੀ। 2 ਮਹੀਨੇ ਦੀ ਫਸਲ ਆ। ਉਸ ਤੋਂ ਬਾਅਦ ਝੋਨਾ ਸਾਡਾ ਫੇਰ ਲੱਗ ਜਾਣਾ। ਨਾਲੇ ਸਾਡੀ ਹਰੀ ਖਾਦ ਬਣ ਜਾਣੀ ਆ। ਨਾਲੇ ਸਾਡਾ ਖਰਚਾ ਨਹੀਂ ਆ। ਸਿਰਫ ਅਸੀਂ ਬੀ ਪਾਇਆ ਜਾਂ ਹੈਪੀ ਸੀਡਰ ਨਾਲ ਇਹਦੀ ਬਿਜਾਈ ਕਰੀ ਆ। ਹੁਣ ਕੀੜਾ ਨਹੀਂ ਲੱਗੇਗਾ ਫਸਲ? ਨਾ ਜੀ, ਕੋਈ ਕੀੜਾ ਨਹੀਂ ਲੱਗਿਆ ਇਹਨੂੰ ਹਜੇ ਤੱਕ। ਅਸੀਂ ਜੇ ਕੀੜਾ ਲੱਗ ਵੀ ਜਾਵੇ, ਅਸੀਂ ਆਪਣੇ ਸਾਈਏਵਾਲ ਗਊਆਂ ਦੀ ਜਿਹੜੀ ਲੱਸੀ ਤਿਆਰ ਕੀਤੀ ਹੁੰਦੀ ਹੈ ਜੀ, ਉਹ ਇਹਦੇ ਉੱਤੇ ਸਪਰੇਅ ਕਰਦੇ ਆ। ਜਿਹੜਾ ਇਹਨੂੰ ਕੋਈ ਮਾੜਾ ਮੋਟਾ ਤੇਲੂਆ ਵਗੈਰਾ ਕੀੜਾ ਮਕੌੜਾ ਲੱਗਦਾ ਵੀ ਆ, ਉਹ ਸਾਲ ਪੁਰਾਣੀ ਸਾਡੇ ਕੋਲ ਲੱਸੀ ਆ, ਉਹਦੀ ਅਸੀਂ ਇਹਨੂੰ ਸ਼ਾਮ ਵੇਲੇ ਸਪਰੇਅ ਕਰ ਦਿੰਨੇ ਆ। ਉਹ ਇਹਨੂੰ ਜੀ ਕਵਰ ਕਰ ਲੈਂਦੀ ਆ, ਕੋਈ ਇਹਦੇ ਕੀੜਾ ਮਕੌੜਾ ਨਹੀਂ ਲੱਗਦਾ ਜੀ। ਤਾਂ ਮਤਲਬ ਸੇਫ ਹੈ। ਨਾਲੇ ਆਪਾਂ ਜਿਹੜਾ ਕਹਿੰਦੇ ਆ ਕਿ ਅੱਜਕੱਲ ਬਿਮਾਰੀਆਂ ਦਾ ਇੱਕ ਕਾਰਨ ਹੈ ਉਹ ਖਾਣ ਪੀਣ ਹੀ ਬਣਿਆ ਹੋਇਆ ਹੈ। ਖਾਣ ਪੀਣ ਹੀ ਬਣਿਆ ਹੋਇਆ ਹੈ ਜੀ। ਜਿੰਨਾ ਯੂਰੀਆ ਵਰਤਾਂਗੇ ਫਿਰ ਆਪੇ ਯੂਰੀਆ ਵਧੂਗਾ, ਜਾਂ ਪਹਿਲਾਂ ਹੀ ਮੂੰਗੀ 'ਚ ਯੂਰੀਆ ਪਾ ਦੇਣਾ ਜੀ। ਜਦ ਆਪਾਂ ਯੂਰੀਆ ਪਾਇਆ ਹੀ ਨਹੀਂ, ਮੂੰਗੀ ਚਲੋ ਥੋੜੀ ਘੱਟ ਲੱਗ ਜੂ, ਯੂਰੀਆ ਪਾ ਕੇ ਵੱਧ ਲੱਗ ਜੂਗੀ। ਸਾਨੂੰ ਇਦਾਂ ਹੀ ਠੀਕ ਆ, ਸਾਡੀ ਘੱਟ ਹੀ ਠੀਕ ਆ। ਪਰ ਅਸੀਂ ਬਿਮਾਰੀਆਂ ਤੋਂ ਬਚਾਂਗੇ, ਡਾਕਟਰ ਕੋਲ ਜਾਣ ਤੋਂ ਬਚਾਂਗੇ। ਇਹ 'ਚ ਸਾਨੂੰ ਬਹੁਤ ਫਾਇਦਾ ਹੁੰਦਾ ਜੀ। ਇਹ ਗੰਨੇ ਦੀ ਫਸਲ ਹੈ? ਹਾਂਜੀ, ਇਹ ਸਾਡੀ ਗੰਨੇ ਦੀ ਫਸਲ ਆ। ਇਹ ਅਸੀਂ ਗੰਨਾ ਬੀਜ ਕੇ ਰੱਖਦੇ ਆ। ਇਹ ਵੀ ਆਰਗੈਨਿਕ ਹੈ। ਇਹਦੇ ਵਿੱਚ ਅਸੀਂ ਰੂੜੀ ਖਾਦ ਪਾਉਂਦੇ ਆ ਜੀ। ਰੂੜੀ ਖਾਦ ਪਾ ਕੇ ਗੰਨੇ ਦੀ ਬਿਜਾਈ ਕੀਤੀ ਜਾਂਦੀ ਆ। ਇਹਦੇ ਵਿੱਚ ਸਾਨੂੰ ਕੋਈ ਰੇਹ ਸਪਰੇਅ ਦੀ ਲੋੜ ਨਹੀਂ ਪੈਂਦੀ। ਜੇ ਪੈਂਦੀ ਵੀ ਆ, ਅਸੀਂ ਇਹਦੇ ਵਿੱਚ ਆਪਣੇ ਟ੍ਰਾਈਕੋਡਾਮਾ ਵਰਤਦੇ ਆ ਜੀ। ਉਹ ਸਾਨੂੰ ਗੰਨੇ ਮਿੱਲ ਵਾਲੇ ਆ ਕੇ ਸਾਨੂੰ ਘਰੇ ਦੇ ਕੇ ਜਾਂਦੇ ਨੇ। 1 ਏਕੜ ਤੇ ਸਾਡਾ 500 ਰੁਪਏ ਖਰਚ ਹੁੰਦਾ ਜੀ ਬਸ। ਉਹ ਅਸੀਂ ਮਿੱਤਰ ਕੀੜੇ ਹੁੰਦੇ ਨੇ ਜੀ, ਉਹ ਅਸੀਂ ਸ਼ਾਮ ਵੇਲੇ ਇਹਦੇ ਵਿੱਚ ਚਿਪਕਾ ਦੇਣੇ ਹੁੰਦੇ ਨੇ। 1 ਕਿੱਲੇ ਵਿੱਚ 10 ਜਗ੍ਹਾ ਤੇ ਚਿਪਕਾਉਣੇ ਨੇ ਸ਼ਾਮ ਨੂੰ। 7 ਹਫ਼ਤੇ ਬਾਅਦ ਅਸੀਂ ਇਹ ਲਾਉਣੇ ਹੁੰਦੇ ਜੀ। ਜਿੱਦਾਂ ਹੁਣ ਬਰਸਾਤ ਦਾ ਮੌਸਮ ਆਉਣਾ, ਉੱਦਾਂ ਬਹੁਤ ਕੀੜਾ ਮਕੌੜਾ ਵੱਧ ਜਾਂਦਾ ਜੀ। ਉਹਦੇ ਕਰਕੇ ਫਿਰ ਗੰਨਾ ਕਾਣਾ ਹੋਣ ਲੱਗ ਜਾਂਦਾ। ਉਹ ਟ੍ਰਾਈਕੋਡਾਮਾ ਸਾਡਾ ਇਹ ਕੰਮ ਕਰ ਦਿੰਦਾ ਜੀ। ਜੇ ਸਾਨੂੰ ਲੋੜ ਪੈਂਦੀ ਆ, ਇਹ 'ਚ ਅਸੀਂ ਖਾਦ ਦੀ ਜਗ੍ਹਾ ਜੀਵ ਅੰਮ੍ਰਿਤ ਵਰਤਦੇ ਆ। ਅਸੀਂ ਆਪਣੇ ਘਰੇ ਗੋਬਰ ਗੈਸ ਲਾਇਆ ਜੀ। ਜਿਹੜੀ ਸੈਲਰੀ ਆ ਉਹਦੀ, ਉਹ ਵੀ ਇਹਦੇ ਵਿੱਚ ਪਾਣੀ ਦੇ ਨਾਲ ਛੱਡ ਦਿੰਨੇ ਆ ਜੀ। ਨਹੀਂ ਤਾਂ ਉਹ ਜਿੱਥੇ ਪਾਉਨੇ ਆ ਕਿਤੇ ਜਗ੍ਹਾ ਤੇ, ਫਿਰ ਉਹ ਵੇਸਟ ਜਾਂਦੀ ਦੀ। ਹੁਣ ਸਾਡੇ ਗੰਨੇ ਦੇ ਵਿੱਚ ਪਾਣੀ ਦੇ ਨਾਲ ਅਸੀਂ ਜੀਵ ਅੰਮ੍ਰਿਤ, ਆਪਣੇ ਗੋਬਰ ਗੈਸ ਦੀ ਸੈਲਰੀ, ਉਹ ਗੰਨੇ ਵਿੱਚ ਛੱਡ ਦਿੰਦੇ ਆ। ਇਹਨੂੰ ਕੋਈ ਨੁਕਸਾਨ ਨਹੀਂ ਕਰਦੀ। ਇਹ ਸਾਡਾ ਗੰਨਾ ਅਸੀਂ ਸ਼ੱਕਰ, ਗੁੜ ਸ਼ੱਕਰ ਬਣਾਉਂਦੇ ਆ, ਉਹ ਖਾਂਦੇ ਆ। ਚੀਨੀਆਂ ਸਾਨੂੰ ਬਹੁਤ ਬਿਮਾਰੀਆਂ ਲਾਉਂਦੀਆਂ ਨੇ। ਇਹ ਬਹੁਤ ਫਾਇਦੇ ਨੇ ਜੀ ਇਹਦੇ। ਸਾਤੋਂ ਸਾਡੇ ਨੇੜੇ ਖੰਨਾ ਸ਼ਹਿਰ ਪੈਂਦਾ, ਗੋਬਿੰਦਗੜ੍ਹ ਪੈਂਦਾ, ਅਮਲੋਹ ਪੈਂਦਾ। ਉਹ ਸਾਤੋਂ ਦੁਸਹਿਰੇ ਨੂੰ 500 ਰੁਪਏ ਕੁਆਂਟਲ ਸਣੇ ਆਗ ਦੁਸਹਿਰੇ ਨੂੰ ਗੰਨਾ ਲੈ ਕੇ ਜਾਂਦੇ ਨੇ ਜੀ ਲੋਕ ਮੱਥਾ ਟੇਕਣ ਨੂੰ। ਸਾਡਾ ਉਂਝ ਵੀ ਇਹ ਸਾਬਤਾ ਗੰਨਾ ਵਿਕ ਜਾਂਦਾ ਜੀ। ਜੀ। ਤੇ ਮੂੰਗੀ ਦੀ ਫਸਲ ਦੀ ਗੱਲ ਕਰ ਰਹੇ ਸੀ, ਤਾਂ ਜੋ ਆਰਗੈਨਿਕ ਫਾਰਮਿੰਗ ਤੋਂ ਬਾਅਦ ਜਿਹੜੀ ਇਹ ਫਸਲ ਜਦੋਂ ਜਾਏਗੀ ਬਾਜ਼ਾਰਾਂ 'ਚ ਵਿਕਣ ਲਈ, ਤਾਂ ਆਮ ਫਸਲ ਦੇ ਨਾਲ ਜਿਹੜੀ ਮੂੰਗੀ ਉਗਾਈ ਗਈ ਹੈ, ਤੇ ਇਹਦਾ ਭਾਅ ਦਾ ਕਿੰਨਾ ਫਰਕ ਹੁੰਦਾ? ਮੈਡਮ ਜੀ, ਜਿਹੜਾ ਇਹ ਆਪਣੀ ਮੂੰਗੀ ਆ, ਉਹ ਕੰਬਾਈਨਾਂ ਨਾਲ ਵੱਢਦੇ ਨੇ ਲੋਕ। ਜਿਹੜੀ DAP ਯੂਰੀਏ ਪਾ ਕੇ ਬੀਜਦੇ ਨੇ, ਉਹ ਕੰਬਾਈਨ ਨਾਲ ਕੱਚੀ ਪੱਕੀ ਉਹਨਾਂ ਨੇ ਇਕੱਠੀ ਵੱਢ ਲੈਣੀ ਆ ਕੰਬਾਈਨ ਨੇ। ਪਰ ਅਸੀਂ ਉਹ ਤੋਂ ਉਲਟ ਲੇਬਰ ਲਾ ਕੇ ਹੱਥੀਂ ਇਹਦੀਆਂ ਫਲੀਆਂ ਤੜਵਾਉਂਦੇ ਆ। ਨਾਲੇ ਤਾਂ ਪੂਰੀ ਪ੍ਰੋਪਰ ਪੱਕੀ ਫਲੀ ਟੁੱਟਦੀ ਆ। ਇਹ ਸਾਡੀ
120 ਰੁਪਏ ਵਿਕ ਜਾਂਦੀ ਆ, ਉਹ ਲੋਕ ਹੁਣ 60-70 ਰੁਪਏ ਕਿਲੋ ਵੇਚ ਕੇ ਆਉਂਦੇ ਨੇ। ਸਾਡੇ ਨਾਲੋਂ ਅੱਧ ਮੁੱਲ ਵੇਚਦੇ ਨੇ ਉਹ, ਕਿਉਂਕਿ ਉਹਦੇ ਵਿੱਚ ਕੱਚਾ ਪੱਕਾ ਦਾਣਾ ਕੰਬਾਈਨ ਨੇ ਸਾਰਾ ਵੱਢ ਦੇਣਾ। ਪਰ ਅਸੀਂ ਲੇਬਰ ਲਾ ਕੇ ਹੀ ਮੂੰਗੀ ਤੋੜਨੀ ਆ, ਕਿਉਂਕਿ ਅਸੀਂ ਹਰੀ ਖਾਦ ਦਾ ਕੰਮ ਲੈਣਾ। ਜੇ ਅਸੀਂ ਕੰਬਾਈਨ ਨਾਲ ਕਟਾਤੀ, ਉਹ ਤੋਂ ਪਹਿਲਾਂ ਸਪਰੇਅ ਕਰਨੀ ਪੈਂਦੀ ਹੈ ਇਹਦੇ ਪੱਤੇ ਝਾੜਨ ਨੂੰ, ਤਾਂ ਉਹ ਕੰਬਾਈਨ ਕੱਟਦੀ ਆ ਜੀ ਉਹਨੂੰ। ਪਰ ਅਸੀਂ ਉਹ ਲੇਬਰ ਲਾ ਕੇ ਮੂੰਗੀ ਤੜਾ ਕੇ ਹੀ ਸਾਡੀ ਹਰੀ ਖਾਦ ਦਾ ਉਹਨੇ ਕੰਮ ਦੇ ਦੇਣਾ, ਨਾਲੇ ਸਾਡਾ ਰੇਟ ਵੱਧ ਜਾਣਾ ਹੱਥੀਂ ਤੜਾਈ ਦਾ। ਇਹ 'ਚ ਸਾਨੂੰ ਬਹੁਤ ਫਾਇਦਾ ਹੁੰਦਾ ਜੀ। ਕਿਹੜੀ ਫਸਲਾਂ ਉਗਾਉਂਦੇ ਹੋ ਆਪਣੇ ਫਾਰਮ ਤੇ? ਮੈਂ ਜੀ ਆਪਣੇ ਖੇਤਾਂ ਵਿੱਚ ਜਿੱਦਾਂ ਹੁਣ ਮੂੰਗੀ ਦਿਖਾਈ ਆ ਤੁਹਾਨੂੰ, ਗੰਨਾ ਹੋ ਗਿਆ, ਮੱਕੀ ਹੋ ਗਈ, ਸੋਆਬੀਨ ਹੋ ਗਈ। ਆਪਾਂ ਨੇ ਘੋੜੀਆਂ ਰੱਖੀਆਂ, ਉਹਨਾਂ ਨੂੰ ਸੋਆਬੀਨ ਦੀ ਲੋੜ ਪੈਂਦੀ ਆ, ਚਣਿਆਂ ਦੀ ਲੋੜ ਪੈਂਦੀ ਆ, ਚਣੇ ਬੀਜਦੇ ਆ ਜੀ। ਇੱਕ ਅਸੀਂ ਆਪਣੇ ਖੇਤਾਂ ਵਿੱਚ ਹਲਦੀ ਉਗਾਈ ਆ। ਹਲਦੀ ਤੋਂ ਬਾਅਦ ਅਸੀਂ ਕਾਲੀ ਹਲਦੀ, ਅੰਬਾ ਹਲਦੀ ਅਤੇ ਜੀ ਅਸੀਂ ਜੀਰੀ ਲਗਾਉਂਦੇ ਆ, ਕਣਕ ਬੀਜਦੇ ਆ, ਕਾਲੀ ਕਣਕ ਬੀਜਦੇ ਆ। ਉਹ ਵੀ ਤੁਹਾਨੂੰ ਟਰਾਇਲ ਦਿਖਾਉਂਦੇ ਆ। ਅਕਸਰ ਕਿਹਾ ਜਾਂਦਾ ਕਿ ਆਰਗੈਨਿਕ ਫਾਰਮਿੰਗ ਕਰਨ ਲਈ ਨਾ ਨਾਲ ਜੰਗਲ ਹੋਣਾ ਚਾਹੀਦਾ ਹੈ, ਇਹਦੇ ਪਿੱਛੇ ਕੀ ਵਜ੍ਹਾ ਹੈ? ਹਾਂਜੀ, ਇਹਦੇ ਉੱਤੇ ਸਾਡੇ ਪੰਛੀ ਰਹਿੰਦੇ ਨੇ, ਦਰਖਤਾਂ ਉੱਤੇ ਪੰਛੀ ਰਹਿੰਦੇ ਨੇ ਜੀ। ਉਹ ਜਿਹੜੇ ਪੰਛੀ ਨੇ ਉਹ ਸਾਡੇ ਖੇਤਾਂ ਵਿੱਚ ਜਿੱਦਾਂ ਕੋਈ ਕੀੜਾ ਮਕੌੜਾ ਲੱਗਦਾ, ਉਹਨੂੰ ਸਾਡੇ ਪੰਛੀ ਖਾ ਲੈਂਦੇ ਨੇ ਜੀ। ਜਿੱਦਾਂ ਬੰਗਲੇ ਹੋ ਗਏ, ਗਟਾਰਾਂ ਹੋ ਗਈਆਂ, ਇਹ ਸਾਰੀਆਂ ਜਾਤੀਆਂ ਜੀ ਸਾਡੇ ਫਸਲਾਂ ਵਿੱਚ ਵੜਦੀਆਂ ਨੇ। ਜਿੱਦਾਂ ਕੋਈ ਵੀ ਦੁਸ਼ਮਣ ਕੀੜਾ ਹੈ, ਉਹਨੂੰ ਇਹ ਖਾਣ 'ਚ ਸਾਡੀ ਸਹਾਇਤਾ ਕਰਦੇ ਨੇ। ਫਿਰ ਵੀ ਜੇ ਕੋਈ ਚਲੋ ਵੱਡਾ ਹੋ ਗਿਆ, ਇਹ ਖਾ ਜਾਂਦੇ ਨੇ। ਬਾਕੀ ਨੂੰ ਅਸੀਂ ਲੱਸੀ ਨਾਲ ਕਵਰ ਕਰ ਲੈਂਦੇ ਹਾਂ, ਨਹੀਂ ਫਿਰ ਟ੍ਰਾਈਕੋਡਰਮਾ ਵਰਤਦੇ ਹਾਂ ਜੀ। ਇਹ ਜੰਗਲ ਸਾਨੂੰ ਨਾਲੇ ਤਾਂ ਵਾਤਾਵਰਨ ਸ਼ੁੱਧ ਕਰਦਾ ਜੀ, ਨਾਲੇ ਸਾਨੂੰ ਠੰਡੀ ਹਵਾ ਮਿਲਦੀ ਆ। ਜਿੱਦਾਂ ਹੁਣ ਆਕਸੀਜਨ, ਕਰੋਨਾ ਦਾ ਸੀਜ਼ਨ ਚੱਲਦਾ ਸੀ, ਲੋਕ ਕਹਿੰਦੇ ਨੇ ਆਕਸੀਜਨ ਨਹੀਂ, ਪਰ ਸਾਡੇ ਖੇਤਾਂ 'ਚ ਆਓ, ਏਸੀ ਦੀ ਲੋੜ ਹੀ ਨਹੀਂ, ਮੌਜ ਗੱਲ ਬੈਠੋ ਜਿੱਦਾਂ ਮਰਜ਼ੀ ਛਾਵਾਂ 'ਚ, ਅਸੀਂ ਮੌਜਾਂ ਕਰਦੇ ਹਾਂ ਜੀ। ਅਕਸਰ ਕਈ ਕਿਸਾਨ ਕਹਿੰਦੇ ਨੇ ਕਿ ਸਾਡੇ ਕੋਲ ਆਰਗੈਨਿਕ ਫਾਰਮਿੰਗ ਨਹੀਂ ਹੋ ਪਾ ਰਹੀ, ਉਹਦਾ ਕੋਈ ਕਾਰਨ ਹੁੰਦਾ? ਨਹੀਂ, ਹੋ ਕਿਉਂ ਨਹੀਂ ਜੀ ਰਹੀ? ਸਾਨੂੰ ਪੁੱਛਣ ਆ ਕੇ, ਸਾਡਾ ਨੰਬਰ ਲੈ ਲੈਣ, ਸਾਨੂੰ ਆ ਕੇ ਸਵਾਲ ਜਵਾਬ ਕਰਨ, ਭਾਈ ਤੇਰੇ ਕੀ ਦਿੱਕਤ ਆਉਂਦੀ ਆ। ਇਹ ਤਾਂ ਇੱਕ ਦੂਜੇ ਨਾਲ ਮਿਲ ਵਰਤ ਕੇ ਹੀ ਹੁੰਦਾ ਜੀ। ਜਿੱਦਾਂ ਹੁਣ ਮੈਂ ਪੰਜਾਬ ਐਗਰੋ ਨਾਲ ਮਿਲ ਕੇ ਕੰਮ ਕਰ ਰਿਹਾ, ਕ੍ਰਿਸ਼ੀ ਵਿਗਿਆਨ ਫਤਿਹਗੜ੍ਹ ਸਾਹਿਬ, ਉਹ ਮੇਰੇ ਕੋਲ ਆਉਂਦੇ ਨੇ ਜੀ। ਕੱਲ੍ਹ ਵੀ ਮੇਰੇ ਖੇਤਾਂ ਵਿੱਚ ਉਹ 2 ਘੰਟੇ ਡਾਕਟਰ ਸਾਹਿਬ, ਡਾਕਟਰ ਰਜਿੰਦਰ ਜੀ ਸਾਡੇ ਨਵੇਂ ਆਏ ਨੇ, ਪਹਿਲਾਂ ਵਿਪਨ ਜੀ ਹੁੰਦੇ ਸੀ, ਡਾਕਟਰ ਸਿਵਾ ਜੀ, ਡਾਕਟਰ ਅਜੇ ਜੀ, ਉਹ ਮੇਰੇ ਕੋਲ ਆਉਂਦੇ ਰਹਿੰਦੇ ਨੇ ਜੀ। ਤਰ੍ਹਾਂ ਤਰ੍ਹਾਂ ਦਾ ਜਿੱਦਾਂ ਵੀ ਕੋਈ ਮੈਨੂੰ ਕੋਈ ਸਮੱਸਿਆ ਆਉਂਦੀ ਆ, ਉਹ ਮੇਰਾ ਹੱਲ ਕਰਦੇ ਨੇ। ਆ ਕੇ ਮੇਰੇ ਖੇਤਾਂ ਵਿੱਚ ਹੋਰ ਵੀ ਆਲੇ ਦੁਆਲੇ ਦੇ ਜਿਹੜੇ ਮੇਰੇ ਕਿਸਾਨ ਸਾਥੀ ਨੇ, ਉਹਨਾਂ ਨੂੰ ਵੀ ਲੈਕਚਰ ਦਿੰਦੇ ਨੇ ਜੀ, ਕਲਾਸ ਲਾਉਂਦੇ ਨੇ। ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ, ਸਾਡੇ ਅਮਲੋਹ ਬਲਾਕ ਹੈ ਜੀ, ਉੱਥੋਂ ਵੀ ਡਾਕਟਰ ਸਾਹਿਬ ਆਉਂਦੇ ਨੇ। ਉਹ ਵੀ ਆਉਂਦੇ ਤੇ ਵੀ ਤੇਰੀ ਮੋਟਰ ਤੇ ਭਾਈ ਪ੍ਰੈਕਟੀਕਲ ਤੇਰੇ ਖੇਤ ਵਿੱਚ ਕਰਾਂਗੇ। ਕੋਈ ਕਿਸੇ ਨੇ ਵੀ ਕੋਈ ਕੰਮ ਕਰਨਾ, ਨਵਾਂ ਕਰਨਾ, ਜਾਂ ਤੇਰੇ ਖੇਤ ਵਿੱਚ ਪ੍ਰੈਕਟੀਕਲ ਦੇਖਣਾ, ਉਹ ਅਸੀਂ ਦਿਖਾਉਂਦੇ ਆ। ਮੇਰੇ ਖੇਤਾਂ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਬੱਚੇ ਵੀ ਵਿਜ਼ਿਟ ਕਰਨ ਆਉਂਦੇ ਨੇ ਜੀ। ਜਿਹੜੇ ਐਗਰੀਕਲਚਰ ਕਰਦੇ ਨੇ, ਉਹ ਖੇਤ ਵਿੱਚ ਆ ਕੇ ਦੇਖਦੇ ਨੇ ਬੱਚੇ, ਉਹ ਬਹੁਤ ਖੁਸ਼ ਹੁੰਦੇ ਨੇ ਜੀ। ਅਰਬੀ ਦੀ ਫਸਲ ਕੋਲ ਮੌਜੂਦ ਆ, ਕਹਿੰਦੇ ਕਿ ਪੱਤੇ ਵੀ ਬਹੁਤ ਲਾਭਦਾਇਕ ਹੁੰਦੇ ਨੇ। ਪੁੱਛਦੇ ਆ, ਪੱਤਿਆਂ ਦਾ ਕੀ ਕੰਮ ਹੁੰਦਾ? ਇਹ ਪੱਤੇ ਜੀ, ਜਿੱਦਾਂ ਹੁਣ ਆਪਾਂ ਨੇ ਸਾਗ ਬਣਾਉਣਾ, ਇਸ ਟਾਈਮ ਮੱਛਰ ਮੱਖੀ ਬਹੁਤ ਵੱਧ ਜਾਣਾ, ਫਿਰ ਸਾਡੇ ਪਾਲਕ ਨਹੀਂ ਮਿਲਦੀ, ਪਾਲਕ ਨੂੰ ਮੱਛਰ ਖਾ ਜਾਂਦਾ। ਉਹ ਪੱਤੇ ਬਹੁਤ ਸੋਹਲ ਹੁੰਦੇ ਨੇ, ਪੌਲੀ ਹਾਊਸ ਵਿੱਚ ਤਾਂ ਮਿਲ ਜਾਂਦੇ ਨੇ, ਪਰ ਖੁੱਲ੍ਹੇ ਖੇਤਾਂ ਵਿੱਚ ਜਿੱਦਾਂ ਹੁਣ ਬਰਸਾਤ ਪੈਣੀ ਆ, ਬਰਸਾਤ ਨਾਲ ਖਰਾਬ ਹੋ ਜਾਂਦੇ ਨੇ। ਇਹ ਜਿਹੜੀ ਅਰਬੀ ਆ ਜੀ, ਇਹਦੇ ਹੁਣ ਪੱਤਿਆਂ ਦਾ ਅਸੀਂ ਸਾਗ ਵੀ ਬਣਾ ਸਕਦੇ ਹਾਂ, ਪਾਲਕ ਦੀ ਜਗ੍ਹਾ ਵੀ ਇਹਨੂੰ ਵਰਤ ਸਕਦੇ ਹਾਂ। ਜਿੱਦਾਂ ਹੁਣ ਹਾਤੇ ਨੇ, ਜਿੱਦਾਂ ਪੈਲਸਾਂ 'ਚ ਵਿਆਹ ਸ਼ਾਦੀ ਹੋਣੀਆਂ, ਕੋਈ ਪਾਰਟੀਆਂ ਹੁੰਦੀਆਂ ਨੇ, ਉੱਥੇ ਫਿਰ ਅਰਬੀ ਦੇ ਪੱਤਿਆਂ ਦੇ ਹੀ ਪਕੌੜੇ ਬਣਾਏ ਜਾਂਦੇ ਨੇ। ਅੱਛਾ, ਹਾਂਜੀ, ਇਹ ਬਹੁਤ ਟੇਸਟੀ ਹੁੰਦੇ ਨੇ, ਖਾਣ ਨੂੰ ਇਹਦਾ ਕੋਈ ਪਤਾ ਨਹੀਂ ਲੱਗਦਾ, ਪਾਲਕ ਨੂੰ ਹੀ ਵਧੀਆ ਹੁੰਦੇ ਨੇ ਇਹ ਜੀ। ਤੇ ਹਲਦੀ ਵੀ 3 ਤਰ੍ਹਾਂ ਦੀ ਲਗਾਈ ਹੋਈ ਹੈ? ਹਾਂਜੀ, ਹਲਦੀ 3 ਤਰ੍ਹਾਂ ਦੀ ਆ। ਪਹਿਲਾਂ ਅਸੀਂ ਪੰਜਾਬ ਨੰਬਰ 1 ਹਲਦੀ ਲਗਾਉਂਦੇ ਸੀ। ਇਹ ਅਸੀਂ ਪਾਪੂਲਰਾਂ ਵਿੱਚ ਪਹਿਲਾਂ ਗੰਨਾ ਬੀਜਦੇ ਸੀ। 4 ਸਾਲ ਦੀ ਪਾਪੂਲਰਾਂ ਦੀ ਫਸਲ ਹੁੰਦੀ ਆ, ਉਹਦੇ ਵਿੱਚ ਪਹਿਲਾਂ 2 ਸਾਲ ਗੰਨਾ ਹੋ ਜਾਂਦਾ, ਉਸ ਤੋਂ ਬਾਅਦ 2 ਸਾਲ ਹਲਦੀ ਹੋ ਜਾਂਦੀ ਆ। ਫਿਰ ਪਾਪੂਲਰ ਪੱਟੇ ਜਾਂਦੇ ਨੇ, ਉਸ ਤੋਂ ਬਾਅਦ ਹਲਦੀ ਪੱਟ ਲਈ ਜਾਂਦੀ ਆ। ਹੁਣ ਅਸੀਂ ਆਪਣੇ ਪਾਪੂਲਰ ਤਾਂ ਪੱਟ ਕੇ ਵੇਚ ਦਿੱਤੇ ਜੀ। ਹੁਣ ਅਸੀਂ ਆਪਣੇ ਖੇਤਾਂ ਵਿੱਚ ਸਿੱਧੀ ਹਲਦੀ ਦੀ ਬਿਜਾਈ ਕਰਨ ਲੱਗ ਗਏ। ਇਸ ਵਾਰ ਸਾਨੂੰ ਲੁਧਿਆਣਾ ਯੂਨੀਵਰਸਿਟੀ ਤੋਂ ਅੰਬਾ ਹਲਦੀ ਅਤੇ ਸਾਨੂੰ ਕਾਲੀ ਹਲਦੀ ਦਾ ਵੀ ਟਰਾਇਲ ਦਿੱਤਾ ਗਿਆ ਹੈ। ਇਹਦੇ ਬਹੁਤ ਫਾਇਦੇ ਨੇ। ਪਹਿਲਾਂ ਸਾਨੂੰ ਇਹ ਪੰਸਾਰੀਆਂ ਤੋਂ ਹੀ ਬਹੁਤ ਮਹਿੰਗੇ ਭਾਅ 'ਤੇ ਮਿਲਦੀ ਸੀ, ਹੁਣ ਇਹ ਅਸੀਂ ਆਪਣੇ ਖੇਤ ਵਿੱਚ ਬੀਜ ਲਈ। ਇਹਦੇ ਨਾਲ ਜੋੜ ਦਰਦ, ਸ਼ੂਗਰ, ਕੈਂਸਰ ਵਰਗੀਆਂ ਬਿਮਾਰੀਆਂ ਨੂੰ ਆਪਾਂ ਨੂੰ ਫਾਇਦਾ ਹੋਊਗਾ।
ਜਿਹੜੇ ਸਾਡੇ ਪੇਟ ਵੱਧਦੇ ਨੇ, ਬੱਚੇ ਸਾਡੇ ਕੰਮ ਨਹੀਂ ਕਰਦੇ, ਜਿੱਦਾਂ ਕਿ ਬਹਿ ਕੇ ਹਰੇਕ ਬੰਦਾ ਜਿੱਦਾਂ ਦੁਕਾਨਦਾਰ ਨੇ ਕੁਰਸੀਆਂ 'ਤੇ ਬੈਠੇ ਰਹਿੰਦੇ ਨੇ, ਜੋੜ ਦਰਦ ਹੁੰਦੇ ਨੇ, ਇਹ ਹਲਦੀ ਸਾਨੂੰ ਬਹੁਤ ਫਾਇਦਾ ਦਊਗੀ। ਇਹਦੇ ਨਾਲ ਯੂਰੀਆ ਨਹੀਂ ਵੱਧਦਾ ਜੀ, ਜਿਹੜਾ ਗਠੀਆ ਕਹਿੰਦੇ ਨੇ, ਯੂਰੀਆ ਤੋਂ ਬਾਅਦ ਗਠੀਏ ਦੀ ਸ਼ਿਕਾਇਤ ਹੋ ਜਾਂਦੀ ਆ, ਜੋੜ ਦਰਦ ਹੋਣ ਲੱਗ ਜਾਂਦੇ ਨੇ। ਇਹ ਖੰਘ ਜ਼ੁਕਾਮ ਨੂੰ ਵੀ ਫਾਇਦਾ ਕਰਦੀ ਹੈ ਜੀ। ਜੇ ਹਲਦੀ ਨੂੰ ਦੁੱਧ ਵਿੱਚ ਪਾ ਕੇ ਪੀਤਾ ਜਾਵੇ, ਇਸ ਦੀ ਪੰਜੀਰੀ ਬਣਾ ਕੇ ਖਾਧੀ ਜਾਵੇ, ਇਹ ਸਾਨੂੰ ਬਹੁਤ ਬਿਮਾਰੀਆਂ ਤੋਂ ਫਾਇਦਾ ਕਰਦੀ ਆ। ਖੰਘ ਜ਼ੁਕਾਮ ਯੂਰੀਆ ਖੁਦ ਮੈਂ ਆਪਣਾ ਹਟਾਇਆ ਇਹਦੇ ਨਾਲ, ਫਿਰ ਆਪਾਂ ਲੋਕਾਂ ਨੂੰ ਦੱਸਣ ਲੱਗੇ ਹਾਂ, ਆਪਣੇ ਖੇਤਾਂ ਵਿੱਚ ਬੀਜਣ ਲੱਗੇ ਹਾਂ ਜੀ। ਪਹਿਲੇ ਆਪਣੇ ਆਪ ਤੇ ਟ੍ਰਾਇਲ ਕਰ ਹਾਂ ਜੀ, ਆਪਣੇ ਤੇ ਟ੍ਰਾਇਲ ਕੀਤਾ। ਜਿੱਦਾਂ ਕੋਈ ਚਮੜੀ ਦੀ ਬਿਮਾਰੀ, ਜਿੱਦਾਂ ਮੌਂਕੇ ਹੋ ਗਏ, ਫੋੜੇ ਫਿੰਨਸੀਆਂ, ਇਹ ਤੋਂ ਜਿਹੜਾ ਪਾਣੀ ਹੈ ਜੀ ਉਹ ਕੱਢ ਕੇ ਸਾਫੀ ਦਵਾਈ ਬਣਾਈ ਜਾਂਦੀ ਆ। ਬੀਟਾਡੀਨ ਮੱਲਮ ਹਲਦੀ ਤੋਂ ਹੀ ਬਣਦੀ ਆ। ਇਹਦੇ ਬਹੁਤ ਫਾਇਦੇ ਨੇ ਸਾਨੂੰ। ਇਹ ਸਾਡੀ ਕਿਤੇ ਸਾਨੂੰ ਵੇਚਣ ਨਹੀਂ ਜਾਣਾ ਪੈਂਦਾ, ਸਾਡੇ ਘਰ ਪਰ ਹੀ ਆ ਕੇ ਲੋਕ ਹਲਦੀ ਸਾਤੋਂ ਲੈ ਜਾਂਦੇ ਨੇ। ਕੱਚੀ ਹਲਦੀ ਵੀ ਅਸੀਂ ਵੇਚਦੇ ਹਾਂ 50 ਰੁਪਏ ਕਿਲੋ। ਉਹ ਸਾਡਾ ਸਾਤੋਂ ਅਚਾਰ ਬਣਾਉਣ ਨੂੰ, ਲੋਕ ਪੰਜੀਰੀ ਬਣਾਉਣ ਨੂੰ ਹਲਦੀ ਸਾਤੋਂ ਲੈਂਦੇ ਨੇ। ਪਰ ਅਗਲੇ ਸਾਲ ਤੋਂ ਅਸੀਂ ਹਲਦੀ ਦੀ ਪੰਜੀਰੀ ਬਣਾ ਕੇ ਹੀ ਲੋਕਾਂ ਨੂੰ ਉਪਲਬਧ ਕਰਾਂਗੇ। ਸਾਡੇ ਕੋਲੋਂ ਇਹਦੀ ਪੰਜੀਰੀ ਮਿਲਿਆ ਕਰੂਗੀ। ਸਾਡੇ ਕੋਲ 7 ਨੰਬਰ ਸਰੋਂ ਕਨੌਲਾ ਬੀਜੀ ਹੋਈ ਦੀ, ਉਹਦਾ ਤੇਲ ਕੱਢ ਕੇ ਉਹਦੇ ਵਿੱਚ ਪੰਜੀਰੀ ਬਣਾ ਕੇ ਅਸੀਂ ਦਿਆ ਕਰਾਂਗੇ। ਜਿਸ ਕਿਸੇ ਮੇਰੇ ਵੀਰ ਭਰਾ ਦੇ ਜੋੜ ਦਰਦ ਹੁੰਦੇ ਨੇ, ਜਿਸ ਨੂੰ ਲੋੜ ਹੋਵੇ, ਖੰਘ ਜ਼ੁਕਾਮ ਹੋਵੇ, ਉਹ ਸਾਤੋਂ ਆ ਕੇ ਲੈ ਸਕਦਾ। ਇਹਦੇ ਨਾਲ ਸ਼ੂਗਰ ਵੀ ਕੰਟਰੋਲ ਹੁੰਦਾ ਜੀ। ਜਿਹੜੀ ਕਾਲੀ ਹਲਦੀ ਆ ਉਹ ਸ਼ੂਗਰ, ਕੈਂਸਰ ਦੀਆਂ ਬਿਮਾਰੀਆਂ ਨੂੰ ਹਟਾਇਆ ਕਰੂਗੀ। ਪਹਿਲਾਂ ਤਾਂ ਚਲੋ ਜੋੜ ਦਰਦ ਦੇ ਹਟਦੇ ਦੀ, ਗਠੀਆ ਹਟਦਾ ਦੀ, ਹੁਣ ਇਹ ਬਿਮਾਰ ਸ਼ੂਗਰ ਨੂੰ ਵੀ ਕੰਟਰੋਲ ਕਰੂਗੀ। ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਊਗਾ ਜੀ। ਜ਼ਹਿਰ ਮੁਕਤ ਖੇਤੀ ਆ ਇਹ 'ਚ ਕੋਈ ਰੇਹ ਸਪਰੇਅ ਨਹੀਂ ਕਰਨਾ ਪੈਂਦਾ। ਇਹ ਪਹਿਲਾਂ ਹੀ ਕੜਤਣ 'ਤੇ ਹੁੰਦੀ ਆ, ਇਹਦੇ ਵਿੱਚ ਕੋਈ ਕੈਮੀਕਲ ਨਹੀਂ ਵਰਤਿਆ ਜਾਂਦਾ ਜੀ। ਤੇ ਤੁਹਾਡੇ ਇਲਾਵਾ ਹੋਰ ਵੀ ਕਿਸਾਨਾਂ ਨੂੰ ਦਿੱਤੀ ਗਈ ਹੈ ਕਾਲੀ ਹਲਦੀ ਦਾ ਟ੍ਰਾਇਲ ਕਰਨ ਲਈ? ਨਹੀਂ ਜੀ, ਹੋਰ ਦਾ ਆਪਾਂ ਨੂੰ ਪਤਾ ਨਹੀਂ। ਆਪਾਂ ਆਪਣੇ ਖੇਤ 'ਚ ਕੰਮ ਕਰਦੇ ਹਾਂ। ਸਾਡੇ ਖੇਤ ਵਿੱਚ 5 ਜਨਵਰੀ ਨੂੰ ਡਾਕਟਰ ਰਜਿੰਦਰ ਜੀ, ਡਾਕਟਰ ਤਸੀਮ ਜੀ ਲੁਧਿਆਣੇ ਤੋਂ ਆ ਕੇ ਉਹਨਾਂ ਨੇ ਸਾਡੇ ਖੇਤ ਵਿੱਚ ਇਹ ਟ੍ਰਾਇਲ ਲਾਇਆ ਤੀ। ਸਾਨੂੰ ਪਿਛਲੇ ਸਾਲ ਸਾਡੇ ਪਿੰਡ ਵਿੱਚੋਂ ਖੇਤਾਂ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਸਮਝਾਇਆ ਗਿਆ ਸੀ। 2-2 ਕਿਲੋ ਬੀਜ ਪੰਜਾਬ ਨੰਬਰ 1 ਹਲਦੀ ਦਾ ਦਿੱਤਾ ਗਿਆ ਸੀ ਵੀ ਇਹ ਬੰਦਾ ਇੰਨੀ ਬੀਜਦਾ, ਭਾਈ ਤੁਸੀਂ ਵੀ ਬੀਜੋ। ਸਭ ਦਾ ਫਾਇਦਾ ਹੋਣਾ ਚਾਹੀਦਾ ਜੀ। ਕੱਚੀ ਹਲਦੀ ਵੀ ਦੇਖਦੇ ਸੀ ਘੱਟ ਹੀ ਮਿਲਦੀ ਹੈ, ਬਾਜ਼ਾਰਾਂ 'ਚ ਵੀ ਬਹੁਤ ਘੱਟ ਗਿਆ। ਹਾਂਜੀ, ਹੁਣ ਲੋਕ ਥੋੜੇ ਘੱਟ ਬੀਜਦੇ ਨੇ। ਅਗਲਾ ਕਹਿੰਦਾ ਸਾਲ 'ਚ ਕਿਲੋ 2 ਕਿਲੋ ਲੈਣੀਆਂ। ਇਹ ਸਾਲ ਦੀ ਫਸਲ ਹੈ ਜੀ। ਲੋਕ ਕਹਿੰਦੇ ਨੇ ਵੀ ਅਸੀਂ ਜਲਦੀ ਆਲੂ ਬੀਜੀਏ, ਜੀਰੀ ਬੀਜੀਏ, ਸੂਰਜਮੁਖੀ ਬੀਜੀਏ, 3-3 ਫਸਲਾਂ ਲਈਏ। ਪਰ ਇਹ ਸਾਲ ਵਿੱਚ ਇੱਕ ਫਸਲ ਹੁੰਦੀ ਆ। ਇਹਦੇ ਤੇ ਥੋੜੀ ਮਿਹਨਤ ਵੀ ਵੱਧ ਆਉਂਦੀ ਆ, ਬਰੀਕ ਹੁੰਦੀ ਆ। ਇਹਦੇ ਕਰਕੇ ਜੀ ਲੋਕ ਇਹਨੂੰ ਬੀਜ ਨਹੀਂ ਰਹੇ। ਇਹਨੂੰ ਚੁਗਣ ਮੌਕੇ ਵੀ ਲੇਬਰ ਲਾਉਣੀ ਪੈਂਦੀ ਆ, ਔਰ ਇਹਨੂੰ ਆਪਣਾ ਧੋਣਾ ਵੀ ਪੈਂਦਾ ਜੀ। ਫਿਰ ਇਹਨੂੰ ਪ੍ਰੋਸੈਸ ਕਰਕੇ ਆਪਣਾ ਉਬਾਲੀ ਵੀ ਦੇਣੀ ਪੈਂਦੀ ਆ ਪਾਣੀ ਵਿੱਚ। ਫਿਰ ਉਬਾਲ ਕੇ ਸੁਕਾਈ ਜਾਂਦੀ ਆ, ਫਿਰ ਇਹ ਪੱਕ ਜਾਂਦੀ ਆ ਜੀ। ਫਿਰ ਸੁਕਾ ਕੇ ਫਿਰ ਇਹ ਆਪਣਾ ਪੀਹੀ ਜਾਂਦੀ ਆ ਜੀ। ਪਿਹਾ ਕੇ ਫਿਰ ਅਸੀਂ ਇਸ ਨੂੰ ਵੇਚਦੇ ਹਾਂ ਜੀ। ਕਾਲੀ ਹਲਦੀ ਦੀ ਫਸਲ ਹੋਰ ਕਿਹੜੇ ਭਾਰਤ ਵਿੱਚ ਕਿਹੜੇ ਇਲਾਕਿਆਂ 'ਚ ਉਗਾਈ ਜਾਂਦੀ ਹੈ ਫਸਲ? ਇਹ ਤਾਂ ਜੀ ਸਾਨੂੰ ਪਹਿਲੀ ਵਾਰ ਹੀ ਮਿਲਿਆ ਇਸ ਵਾਰ। ਹੁਣ ਇੰਨਾ ਸਾਨੂੰ ਅਜੇ ਪਤਾ ਨਹੀਂ, ਲੁਧਿਆਣੇ ਵਾਲਿਆਂ ਨੇ ਸਾਨੂੰ ਦਿੱਤਾ ਜੀ। ਫਿਰ ਪਤਾ ਲੱਗੂ ਜੀ ਹੁਣ ਅੱਗੇ ਵੀ ਇਹਦੇ ਕੀ ਫਾਇਦੇ ਹੁੰਦੇ ਨੇ ਜੀ। ਅਜੇ ਤਾਂ ਸਾਡਾ ਪਹਿਲਾ ਸਾਲ ਆ। ਕਾਲੀ ਕਣਕ ਸਾਡੀ ਹੋ ਗਏ ਜੀ 5 ਸਾਲ, ਉਹ ਤੋਂ ਵੀ ਫਾਇਦੇ ਨੇ। ਕਾਲੀ ਕਣਕ ਅਸੀਂ ਉਗਾਉਂਦੇ ਆ, ਉਹਦੇ ਨਾਲ ਵੀ ਸ਼ੂਗਰ, ਯੂਰੀਆ ਇਹਦੇ ਕੰਟਰੋਲ ਹੁੰਦਾ ਜੀ। ਉਹਦਾ ਬੀਟ ਗਰਾਸ ਬਣਾ ਕੇ ਪੀਤਾ ਜਾਂਦਾ। ਉਹ ਸਾਨੂੰ ਆਪਣੇ ਸਰੀਰ ਨੂੰ ਜੀ ਤਾਕਤ ਦਿੰਦਾ। ਚਲੋ ਜੇ ਬਿਮਾਰੀ ਨਹੀਂ ਵੀ ਹਟਦੀ, ਸਾਡਾ ਸਰੀਰ ਤਾਕਤਮੰਦ ਰਹਿੰਦਾ, ਬਿਮਾਰੀ ਨਾਲ ਲੜਨ ਦੀ ਸ਼ਕਤੀ ਵੱਧਦੀ ਆ। ਬਹੁਤ ਬੰਦਿਆਂ ਨੂੰ ਫਾਇਦਾ ਹੋਇਆ ਜੀ। ਇਸ ਕਰਕੇ ਲੋਕ ਵਾਰ-ਵਾਰ ਲੈਣ ਆਉਂਦੇ ਨੇ। ਸਾਡੇ ਘਰ ਹੀ ਆ ਕੇ 50 ਰੁਪਏ ਕਿਲੋ ਸਾਤੋਂ ਕਾਲੀ ਕਣਕ ਲੈ ਕੇ ਜਾਂਦੇ ਨੇ ਜੀ। ਅਸੀਂ ਬਾਂਸੀ ਕਣਕ ਬੀਜਦੇ ਹਾਂ, ਉਹ ਵੀ ਸਾਡੀ 40 ਰੁਪਏ ਕਿਲੋ ਵਿਕਦੀ ਆ। ਆਮ ਕਣਕ ਬਾਜ਼ਾਰ ਨਾਲੋਂ ਜੇ 2000 ਭਾਅ ਹੈ ਜੀ, ਸਾਡੀ 2700 ਵਿਕਦੀ ਆ। ਅਸੀਂ ਆਰਗੈਨਿਕ ਖੇਤੀ ਕਰਦੇ ਹਾਂ, ਜਿਹਦੇ ਵਿੱਚ ਅਸੀਂ ਵਰਮੀ ਕੰਪੋਸਟ ਪੰਜਾਬ ਐਗਰੋ ਦੇ ਦੱਸੇ ਅਨੁਸਾਰ ਅਸੀਂ ਵੱਡਾ ਢੇਰ ਰੂੜੀ ਦਾ, ਉਸ ਵਿੱਚ ਲੱਕੜ ਦਾ ਬੂਰਾ, ਕੱਚਾ ਕੋਲਾ, ਜੀਵਾਣੂ ਖਾਦ ਸੀਰੇ ਵਿੱਚ ਘੋਲ ਕੇ ਜੀ ਉਹ ਅਸੀਂ ਢੇਰ ਤਿਆਰ ਕਰਦੇ ਹਾਂ। 1 ਮਹੀਨੇ ਵਿੱਚ ਤਿਆਰ ਹੋ ਜਾਂਦਾ ਕਣਕ ਬੀਜਣ ਤੋਂ ਪਹਿਲਾਂ। ਫਿਰ ਆਪਣੇ ਖੇਤ ਵਿੱਚ ਖਿਲਾਰ ਕੇ ਅਸੀਂ ਉਹਨੂੰ ਹੈਪੀ ਸੀਡਰ ਨਾਲ ਬਿਜਾਈ ਕਰਦੇ ਹਾਂ ਜੀ। ਪਰਾਲੀ ਨੂੰ ਅੱਗ ਨਹੀਂ ਲਗਾਉਂਦੇ। ਉਹ ਫਿਰ ਜਦੋਂ ਹੈਪੀ ਸੀਡਰ ਚੱਲਦਾ ਜੀ, ਪਰਾਲੀ ਦੇ ਥੱਲੇ ਉਹ ਚਲਿਆ ਜਾਂਦਾ ਜੀਵਾਣੂ ਖਾਦ ਜਿਹੜਾ ਅਸੀਂ ਤਿਆਰ ਕੀਤਾ ਹੁੰਦਾ। ਉਹ ਫਿਰ ਜੀ ਸਾਨੂੰ ਯੂਰੀਆ ਪਾਉਣ ਦੀ ਲੋੜ ਨਹੀਂ, DAP ਦੀ ਲੋੜ ਨਹੀਂ। ਸਾਡੇ ਖੇਤ ਪਾਣੀ ਨਹੀਂ ਮੰਗਦੇ,
ਕਿਉਂਕਿ ਜੇ ਡੀਏਪੀ ਯੂਰੀਆ ਪਾਉਂਦੇ ਆ ਉਹਦੇ ਨਾਲ ਇੱਕ ਤਾਂ ਸਾਨੂੰ ਪਾਣੀ ਖੇਤ ਵੱਧ ਮੰਗਦੇ ਨੇ ਜੀ। ਇਹ ਸਾਡਾ ਜੀਵਾਣੂ ਖਾਦ ਹੁੰਦੇ ਨੇ, ਪਰਾਲੀ ਦੀ ਮਲਚ ਹੋਈ ਹੁੰਦੀ ਆ, ਇਹਦੇ ਨਾਲ ਸਾਨੂੰ 2 ਪਾਣੀਆਂ ਨਾਲ ਸਾਡੀ ਕਣਕ ਪੱਕ ਜਾਂਦੀ ਆ। ਨਾਲੇ ਤਾਂ ਅਸੀਂ ਪਾਣੀ ਬਚਾਉਂਦੇ ਆ, ਨਾਲੇ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਪ੍ਰਦੂਸ਼ਣ ਨਹੀਂ ਕਰਦੇ। ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਜੀ। ਕਿਤੇ ਨਾ ਕਿਤੇ ਜਦੋਂ ਸਰਕਾਰ ਜਾਗਰੂਕ ਕਰ ਰਹੀ ਹੈ ਕਿਸਾਨਾਂ ਨੂੰ ਕਿ ਪਾਣੀ ਬਚਾਇਆ ਜਾਏ, ਲੋਕਾਂ ਨੂੰ ਵੀ, ਆਮ ਲੋਕਾਂ ਨੂੰ ਵੀ ਜਾਗਰੂਕ ਕਰ ਰਹੀ ਹੈ ਪਾਣੀ ਬਚਾਇਆ ਜਾਏ, ਤਾਂ ਖੇਤੀ ਦੇ ਵਿੱਚ ਵੀ ਪਾਣੀ ਬਚਾਇਆ ਜਾ ਰਿਹਾ ਹੁਣ। ਖੇਤੀ ਦੇ ਵਿੱਚ ਪਾਣੀ ਬਚਦਾ ਜੀ। ਆਹ ਸਾਡੀ ਹਲਦੀ ਬੀਜੀ ਵਾ, ਇਹਦੇ ਵਿੱਚ ਵੀ ਦੇਖ ਲਓ ਮਲਚ ਕੀਤੀ ਵੀ ਆ। ਨਾਲੇ ਤਾਂ ਸਾਨੂੰ ਇਹਦੀ ਗਡਾਈ ਨਹੀਂ ਕਰਨੀ ਪੈਂਦੀ, ਨਦੀਨ ਨਹੀਂ ਉੱਗਦੇ। ਨਾਲੇ ਸਾਡੇ ਜਿੱਦਾਂ ਹੁਣ ਮੀਂਹ ਪੈਣਾ, ਬਰਸਾਤ ਦਾ ਮੌਸਮ ਆ, ਸਾਡੇ ਬੈੱਡ ਨਹੀਂ ਢਲਦੇ। ਜਿੰਨੇ ਬੈੱਡਾਂ ਦੀ ਉਚਾਈ ਰਹੂਗੀ ਸਾਡੀ ਹਲਦੀ ਓਨੀ ਮੋਟੀ ਹੋਊਗੀ। ਇਹ ਪਾਣੀ ਨਹੀਂ ਮੰਗਦੀ, ਧੁੱਪ ਨਹੀਂ ਲੱਗਦੀ, ਨਾ ਨਦੀਨ ਉੱਗਦੇ ਨੇ ਜੀ, ਓਨਾ ਹੀ ਸਾਨੂੰ ਇਹਦੇ ਵਿੱਚ ਫਾਇਦਾ ਹੁੰਦਾ ਜੀ। ਅਸੀਂ ਪਰਾਲੀ ਦੀ ਮਲਚ ਕਰਦੇ ਆ ਜੀ। ਜਿਹੜੀ ਸਾਡੀ ਸਰੋਂ ਉਹਦੀ ਤੂੜੀ ਹੁੰਦੀ ਆ, ਇਸ ਵਾਰ ਸਾਡੇ ਕੋਲ ਪਰਾਲੀ ਘੱਟ ਦੀ, ਉਹ ਵੀ ਅਸੀਂ ਕੰਮ ਲਾ ਲਈ ਆਪਣੇ ਖੇਤ ਵਿੱਚ, ਉਹਦੀ ਵੀ ਮਲਚ ਕਰਤੀ। ਨਹੀਂ ਅੱਗੇ ਲੋਕ ਉਹਨੂੰ ਅੱਗ ਲਾ ਦਿੰਦੇ ਦੀ ਵੀ ਇਹ ਕਿਹੜਾ ਕਿਸੇ ਕੰਮ ਆ, ਉਹ ਵੀ ਅਸੀਂ ਆਪਣੇ ਖੇਤ ਵਿੱਚ ਇਸ ਵਾਰ ਕੰਮ ਲਾਈ ਹੈ ਜੀ। ਹਲਦੀ ਦੇ ਉੱਤੇ ਮਲਚ ਕਰਤੀ, ਬਹੁਤ ਵਧੀਆ ਸਾਡੇ ਬੈੱਡ ਬਣੇ ਹੋਏ ਨੇ, ਕੋਈ ਨੁਕਸਾਨ ਨਹੀਂ ਹੋਇਆ, ਸਾਨੂੰ ਇਹਦੇ ਨਾਲ ਫਾਇਦਾ ਹੋਇਆ ਜੀ। ਪਿੰਡ ਸਲਾਨਾ ਵਿੱਚ ਇਸ ਵਕਤ ਮੌਜੂਦ ਆ ਰਣਧੀਰ ਸਿੰਘ ਭੁੱਲਰ ਜੀ, ਜੋ ਆਰਗੈਨਿਕ ਖੇਤੀ ਕਰਦੇ ਨੇ, ਉਹ ਇਸ ਵਕਤ ਸਾਡੇ ਨਾਲ ਮੌਜੂਦ ਨੇ। ਗਊਆਂ ਬਾਰੇ ਸਰ ਤੁਸੀਂ ਸਾਨੂੰ ਦੱਸ ਰਹੇ ਸੀ, ਕੀ ਖਾਸੀਅਤ ਹੈ ਗਊਆਂ ਦੀ? ਇਹ ਮੈਡਮ ਜੀ ਗਊਆਂ ਸਾਡੀਆਂ ਸਾਹੀਏਵਾਲ ਗਊਆਂ ਨੇ। ਇਹਨਾਂ ਦਾ ਸਾਨੂੰ ਬਾਥਰੂਮ ਵੀ ਕੰਮ ਆਉਂਦਾ ਖੇਤਾਂ 'ਚ, ਇਹਨਾਂ ਦਾ ਗੋਬਰ ਵੀ ਕੰਮ ਆਉਂਦਾ ਹੈ। ਇਹਨਾਂ ਦਾ ਦੁੱਧ ਸਾਡਾ 80 ਰੁਪਏ ਲੀਟਰ ਵਿਕਦਾ ਹੈ, ਅਤੇ ਇਹਨਾਂ ਦਾ ਜੇ ਅਸੀਂ ਘੀ ਬਣਾਉਂਦੇ ਆ ਉਹ 2000 ਰੁਪਏ ਕਿਲੋ ਵਿਕਦਾ ਹੈ। ਇਹ ਇੰਨਾ ਮਹਿੰਗਾ ਕਿਉਂ? ਇਹ ਦੇਸੀ ਗਊਆਂ ਨੇ ਜੀ, ਸਾਹੀਏਵਾਲ। ਇਹਨਾਂ ਵਿੱਚ ਕੋਈ ਜਿਹਦਾ ਯੂਰੀਆ ਵੱਧਦਾ, ਦੂਜੀਆਂ ਬਿਮਾਰੀਆਂ ਨੇ। HF ਗਊਆਂ ਨੇ ਜਿਹੜੀਆਂ ਦੁੱਧ ਤਾਂ ਵੱਧ ਦਿੰਦੀਆਂ ਨੇ, ਪਰ ਉਹਨਾਂ ਦਾ ਰੇਟ ਸਿਰਫ 20-25 ਰੁਪਏ ਕਿਲੋ ਹੀ ਹੁੰਦਾ ਜੀ, ਵੱਧ ਤੋਂ ਵੱਧ 30 ਰੁਪਏ ਲੱਗ ਜੂਗਾ। ਇਹ ਦੁੱਧ ਥੋੜਾ ਦਿੰਦੀਆਂ, ਇਹਨਾਂ 'ਚ ਗੁਣਾ ਇਹਨਾਂ ਦੇ ਦੁੱਧ 'ਚ, ਇਹ ਸਾਨੂੰ ਦੁੱਧ ਘੱਟ ਦਿੰਦੀਆਂ ਨੇ ਪਰ ਚਿੱਟਾ ਹੁੰਦਾ। ਇਹ ਪੀਣ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਹੈ, ਇਹਨਾਂ ਦਾ ਦੁੱਧ ਬਹੁਤ ਲਾਹੇਵੰਦ ਹੁੰਦਾ ਜੀ। ਜੀ, ਤੇ ਇਹਨਾਂ ਦੇ ਪੱਠੇ ਫਿਰ ਇਸਤੇਮਾਲ ਕੀਤੇ ਜਾਂਦੇ ਫਾਰਮਿੰਗ 'ਚ ਵੀ? ਹਾਂਜੀ, ਇਹਨਾਂ ਦਾ ਜਿਹੜਾ ਗੋਬਰ ਆ, ਬਾਥਰੂਮ ਆ, ਉਹ ਆਪਣੇ ਖੇਤਾਂ ਵਿੱਚ ਕੰਮ ਆਉਂਦਾ। ਇਹ ਇਹਨਾਂ ਦੀ ਸਾਨੂੰ ਬਹੁਤ ਆਮਦਨ ਆ ਜੀ। ਤੇ ਇਹਨਾਂ ਘੋੜੀਆਂ ਬਾਰੇ ਕੀ ਖਾਸੀਅਤ ਹੈ ਜਿਨ੍ਹਾਂ ਦਾ? ਇਹ ਘੋੜੀਆਂ ਜੀ ਸਾਡੀਆਂ ਮਾਰਵਾੜੀ ਨਸਲ, ਰਾਜਸਥਾਨੀ ਨਸਲ ਹੈ ਜੀ। ਇਹ ਸਾਨੂੰ ਬੱਚਾ ਵੀ ਦਿੰਦੀਆਂ ਨੇ ਸਾਲ ਬਾਅਦ। ਨਾਲੇ ਅਸੀਂ ਆਪਣੇ ਖੇਤ 'ਚ ਜਾਣਾ, ਜਦੋਂ ਸਵਾਰੀ ਕਰਕੇ ਜਾਂਦੇ ਆ। ਹੁਣ ਪੈਟਰੋਲ ਦੇ ਰੇਟ ਬਹੁਤ ਹੋ ਗਏ, ਜਦ ਕਿ ਪੈਟਰੋਲ ਹੁਣ 90 ਰੁਪਏ, ਉਹ ਹੋ ਗਿਆ 97 ਰੁਪਏ। 97 ਰੁਪਏ ਹਾਂਜੀ, 100 ਦਾ ਅੰਕੜਾ ਸੂਣ ਵਾਲਾ। ਜਦ ਕਿ ਸਾਨੂੰ ਇਹਨਾਂ ਦਾ ਫਾਇਦਾ, ਨਾਲੇ ਤਾਂ ਸਾਨੂੰ ਬੱਚਾ ਦਿੰਦੀ ਆ ਸਾਲ ਬਾਅਦ, ਨਾਲੇ ਅਸੀਂ ਆਪਣੇ ਖੇਤ 'ਚ ਜਦੋਂ ਫਾਰਮ 'ਤੇ ਜਾਂਦੇ ਆ, ਅਸੀਂ ਸਵਾਰੀ ਕਰਕੇ ਜਾਂਦੇ ਆ, ਸਾਨੂੰ ਪੈਟਰੋਲ ਦੀ ਬਚਤ ਹੁੰਦੀ ਆ। ਇਹ ਉੱਥੇ ਆਪਣਾ ਉਹਨਾਂ ਚਿਰ ਖੇਤਾਂ ਵਿੱਚ ਚੁਗ ਲੈਂਦੀ ਆ, ਉਹਨਾਂ ਚਿਰ ਅਸੀਂ ਆਪਣਾ ਕੰਮ ਕਰ ਲੈਂਦੇ ਆ ਖੇਤ। ਜਦੋਂ ਘਰ ਨੂੰ ਆਉਣਾ, ਅਸੀਂ ਇਹਦੇ ਉੱਪਰ ਬੈਠ ਕੇ ਸਵਾਰੀ ਕਰਕੇ ਆਪਣਾ ਘਰ ਨੂੰ ਆ ਜਾਂਦੇ ਹਾਂ ਜੀ। ਅਕਸਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਸ਼ਹਿਰੀ ਲੋਕ ਬਹੁਤ ਪਰੇਸ਼ਾਨ ਨੇ ਮਹਿੰਗਾਈ ਤੋਂ ਵੀ, ਤੇ ਕਿਤੇ ਨਾ ਕਿਤੇ ਆਰਗੈਨਿਕ ਫਾਰਮਿੰਗ ਦੀ ਜੋ ਫਸਲ ਉਗਦੀ ਹੈ, ਉਹ ਜਦੋਂ ਵੇਚਣ ਜਾਂਦੇ ਆ ਤਾਂ ਉਹ ਵੀ ਮਹਿੰਗੀ ਹੁੰਦੀ ਹੈ। ਤੇ ਪਰ ਪੈਟਰੋਲ ਦੇ ਜਦੋਂ ਡੀਜ਼ਲ ਦੇ ਪ੍ਰਾਈਸ ਵੱਧ ਰਹੇ ਨੇ, ਤਾਂ ਪਿੰਡਾਂ ਵਾਲਿਆਂ ਲਈ ਕਾਫੀ ਰਾਹਤ ਹੈ ਜਿਨ੍ਹਾਂ ਕੋਲ ਘੋੜੀਆਂ ਹੈਗੀਆਂ। ਹਾਂਜੀ ਹਾਂ, ਇਹਦਾ ਬਹੁਤ ਫਾਇਦਾ ਹੈ। ਨਾਲੇ ਤਾਂ ਸਾਨੂੰ ਬੱਚਾ ਦਿੰਦੀਆਂ ਨੇ ਜੀ ਸੇਲ ਕਰਨ ਨੂੰ, ਨਾਲੇ ਆਪਣੇ ਖੇਤਾਂ ਵਿੱਚ ਜਾਣ ਨੂੰ ਸਾਨੂੰ ਫਾਇਦਾ ਹੁੰਦਾ। ਖੇਤ 'ਚ ਜਾਓ ਉਹਨਾਂ ਚਿਰ ਇਹ ਉੱਥੇ ਚੁਗ ਲੈਂਦੀਆਂ ਨੇ। ਇਹਨਾਂ ਨੇ ਘਾਹ ਚੁਗਣਾ ਹੁੰਦਾ ਜੀ, ਘਾਹ ਚੁਗ ਲੈਂਦੀਆਂ ਨੇ, ਅਸੀਂ ਆਪਣਾ ਕੰਮ ਕਰ ਲੈਂਦੇ ਹਾਂ। ਆਉਣ ਲੱਗੇ ਅਸੀਂ ਆਪਣੇ ਘੋੜੀ ਦੇ ਉੱਪਰ ਬੈਠ ਕੇ ਘਰ ਨੂੰ ਆ ਜਾਂਦੇ ਹਾਂ। ਸਾਨੂੰ ਪੈਟਰੋਲ ਦੀ ਵੀ ਬਚਤ ਆ, ਸਾਨੂੰ ਬਹੁਤ ਫਾਇਦਾ ਜੀ ਇਹ 'ਚ। ਇਹ ਸਾਡੇ ਜੀ ਬਰਮੀ ਕੰਪੋਸਟ ਆ, ਇਹ ਸਾਡੇ ਗੰਡੋਏ ਪਾਲੇ ਹੋਏ ਨੇ। ਇਹ ਅਸੀਂ ਆਪਣੇ ਖੇਤਾਂ ਵਿੱਚ ਆਰਗੈਨਿਕ ਖੇਤੀ ਨੂੰ ਇਹ ਵਰਤਦੇ ਹਾਂ। ਇਹ ਸਾਨੂੰ ਬਹੁਤ ਇਹਦਾ ਫਾਇਦਾ ਹੁੰਦਾ ਹੈ। ਨਾਲੇ ਤਾਂ ਅਸੀਂ ਖੇਤਾਂ ਵਿੱਚ ਆਪਣੀ ਖਾਦ ਵਰਤਦੇ ਹਾਂ, ਨਾਲੇ ਸਾਨੂੰ ਇਹ ਗੰਡੋਏ ਸੇਲ ਕਰਨ ਦਾ ਵੀ ਟਾਈਮ ਮਿਲਦਾ। ਜਿਹੜੇ ਕਿਸੇ ਮੇਰੇ ਵੀਰ ਨੇ ਖੇਤੀ ਸ਼ੁਰੂ ਕਰਨੀ ਆ ਆਰਗੈਨਿਕ, ਇਹ ਗੰਡੋਏ ਸਾਤੋਂ ਲੈ ਵੀ ਸਕਦਾ। ਇਹ ਅਸੀਂ ਗੰਡੋਏ ਵੇਚਦੇ ਹਾਂ, ਪਰ ਖਾਦ ਨਹੀਂ ਵੇਚਦੇ, ਖਾਦ ਆਪਣੇ ਖੇਤਾਂ ਵਿੱਚ ਹੀ ਵਰਤਦੇ ਹਾਂ। ਇਹ ਗੰਡੋਏ ਦੇ ਬਹੁਤ ਫਾਇਦੇ ਹੁੰਦੇ ਨੇ ਆਰਗੈਨਿਕ ਫਾਰਮਿੰਗ ਲਈ। ਹਾਂਜੀ, ਇਹ ਸਾਡੇ ਖੇਤਾਂ ਨੂੰ ਪਲਾਈ ਕਰਦੇ, ਪੋਲਾ ਕਰਦੇ ਨੇ। ਇਹਦੇ ਵਿੱਚ ਅਸੀਂ ਰੂੜੀ ਖਾਦ, ਜਿਹੜੇ ਆਪਾਂ ਪਸ਼ੂਆਂ ਦਾ ਗੋਬਰ ਆ, ਉਹ ਇਹਦੇ ਵਿੱਚ ਸਿੱਟਦੇ ਆ ਉੱਪਰ। ਇਹਦੇ ਵਿੱਚ ਇਹ ਗੰਡੋਏ ਛੱਡਦੇ ਆ, ਇਹ ਖਾ ਕੇ ਬਰਮੀ ਕੰਪੋਸਟ ਬਣ ਜਾਂਦੀ ਆ ਜੀ। ਇਹ ਸਾਡੇ ਖੇਤ ਨੂੰ ਬਹੁਤ ਫਾਇਦਾ ਕਰਦੀ ਆ। ਇਹਦੇ ਨਾਲ ਹੀ ਆਰਗੈਨਿਕ ਖੇਤੀ ਹੁੰਦੀ ਆ। ਗਊਆਂ ਅਸੀਂ ਦੇਖਿਆ ਸੀ ਤੁਹਾਡੇ ਘਰ, ਜਿਨ੍ਹਾਂ ਦਾ ਸ਼ੁੱਧ ਘੀ ਵੀ ਹੁੰਦਾ ਹੈ, ਕਾਫੀ ਮਹਿੰਗਾ ਬਾਜ਼ਾਰਾਂ 'ਚ ਵਿਕਦਾ ਹੈ। ਉਹਨਾਂ ਦੀ ਲੱਸੀ ਹੈ?
ਹਾਂਜੀ ਇਹ ਲੱਸੀ ਆ, ਇਹ ਅਸੀਂ ਆਪਣੀਆਂ ਗਊਆਂ ਦੀ ਲੱਸੀ ਆ ਜਿਹੜੀ, ਇਹ ਆਪਣੇ ਖੇਤਾਂ ਵਿੱਚ ਅਸੀਂ ਜਿੱਦਾਂ ਕੋਈ ਹੁਣ ਤੇਲੂਆ ਪਊਗਾ, ਚੇਪਾ ਪਊਗਾ ਫਸਲਾਂ ਨੂੰ, ਕੋਈ ਮਾੜਾ ਮੋਟਾ ਸੁੰਡੀ ਕੀੜਾ ਮਕੌੜਾ, ਉਹ ਅਸੀਂ ਇਹਦੇ ਨਾਲ ਉਹਨੂੰ ਖਤਮ ਕਰਦੇ ਆ ਜੀ। ਇਹ ਸਾਡੀ ਘਰ ਦੀ ਲੱਸੀ ਬਣਾਈ ਵੀ ਆ। ਇਹ ਫੰਗਸ ਰੋਗ ਨਹੀਂ ਪੈਣ ਦਿੰਦੀ, ਕੋਈ ਵੀ ਖੇਤ ਨੂੰ ਉੱਲੀ ਰੋਗ ਨਹੀਂ ਇਹਦੇ ਨਾਲ ਸਾਡੇ ਨੂੰ ਪੈਂਦਾ। ਇਹ ਅਸੀਂ ਇਹਦੇ ਨਾਲ ਫਾਇਦਾ ਕਰਦੇ ਆ। ਇਹ ਸਾਡਾ ਜੀਵ ਅੰਮ੍ਰਿਤ ਬਣਾਇਆ ਵਾ ਜੀ। ਇਹ ਵੀ ਸਾਡੇ ਖੇਤਾਂ ਨੂੰ ਗਰੋਥ ਕਰਨ ਨੂੰ ਅਸੀਂ ਇਹਨੂੰ ਵਰਤਦੇ ਆ। ਇਹਦੇ ਵਿੱਚ ਗੁੜ, ਗਊਆਂ ਦਾ ਬਾਥਰੂਮ, ਗਊਆਂ ਦਾ ਗੋਬਰ ਜੀ, ਦੇਸੀ ਗਊ ਦਾ ਬੇਸਣ ਪਾਇਆ ਜਾਂਦਾ। ਉਹ ਘੋਲ ਤਿਆਰ ਕਰਕੇ, ਜਿੱਦਾਂ ਹੁਣ ਅਸੀਂ ਆਪਣੇ ਖੇਤਾਂ ਵਿੱਚ ਕਣਕ ਬੀਜਦੇ ਆ, ਉਹਨੂੰ ਫਿਰ ਗਰੋਥ ਕਰਾਉਣ ਨੂੰ ਪਾਣੀ ਦੇ ਨਾਲ ਇਹਨੂੰ ਖੇਤ ਵਿੱਚ ਛੱਡਦੇ ਆ ਜੀ। ਇਹ ਲੱਸੀ ਦੀ ਸਪਰੇਅ ਕੀਤੀ ਜਾਂਦੀ ਆ। ਇਹਨੂੰ ਜੜ ਵਿੱਚ ਜਿੱਦਾਂ ਬੰਦਿਆਂ ਦੇ ਗਲੂਕੋਸ ਲੱਗਦਾ, ਇਹਨੂੰ ਜੜ ਵਿੱਚ 1 ਏਕੜ ਵਿੱਚ 5 ਤੋਂ 6 ਲੀਟਰ ਜੜ ਵਿੱਚ ਪਾਣੀ ਦੇ ਨਾਲ ਇਹਨੂੰ ਖੇਤ ਵਿੱਚ ਛੱਡਿਆ ਜਾਂਦਾ ਹੈ ਜੀ। ਇਹਦੇ ਨਾਲ ਸਾਡੇ ਜੀਵ ਜੰਤੂ ਖੇਤ ਵਿੱਚ ਗੰਡੋਏ ਵੱਧਦੇ ਨੇ। ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ। ਫਸਲ ਸਾਡੀ ਵੱਧ ਮੁਨਾਫਾ ਦਿੰਦੀ ਆ ਜੀ, ਉਹਦੇ ਨਾਲ ਗਰੋਥ ਹੁੰਦੀ ਆ ਜੀ। ਜ਼ਿਆਦਾਤਰ ਆਰਗੈਨਿਕ ਫਾਰਮਿੰਗ ਵਿੱਚ ਹੀ ਇਸ ਦੀ ਜ਼ਰੂਰਤ ਪੈਂਦੀ ਹੈ। ਹਾਂਜੀ, ਕੀੜਾ ਨਹੀਂ ਲੱਗਣ ਦਿੰਦੇ। ਇਹ ਕੀੜਾ ਨਹੀਂ ਲੱਗਣ ਦਿੰਦੇ ਜੀ। ਅਸੀਂ ਇਹੀ ਆਪਣੇ ਖੇਤਾਂ ਵਿੱਚ ਵਰਤਦੇ ਆ। ਉਹ ਗਊਆਂ ਦਾ ਮੂਤਰ ਪਿਆ ਜੀ, ਗਊ ਮੂਤਰ, ਉਹ ਜੀਵਾਣੂ ਨੇ ਜੀ। ਇਹ ਵੀ ਅਸੀਂ ਜੀਵਾਣੂ ਵਰਤਦੇ ਆ। ਇਹ ਮਿੱਠੇ ਦੇ ਨਾਲ ਸਾਡੇ ਖੇਤਾਂ ਵਿੱਚ ਹੋਰ ਜੀਵਾਣੂ ਵੱਧ ਜਾਂਦੇ ਨੇ ਜੀ। ਇਹ ਗਊ ਮੂਤਰ ਸਾਨੂੰ ਖੇਤਾਂ ਨੂੰ ਨਾਈਟ੍ਰੋਜਨ ਦਿੰਦਾ ਜੀ। ਇਹ ਜੀਵ ਅੰਮ੍ਰਿਤ ਵਿੱਚ ਵੀ ਕੰਮ ਕਰਦਾ ਹੈ, ਅਲੱਗ ਵੀ ਇਕੱਲਾ ਵੀ ਕੰਮ ਕਰ ਦਿੰਦਾ ਜੀ। ਫਸਲ ਵਧੀਆ ਉੱਗਦੀ ਹੈ ਜੀ। ਆਰਗੈਨਿਕ ਤਾਂ ਹੀ ਫਸਲ ਹੁੰਦੀ ਹੈ ਜੀ ਜੇ ਆਪਾਂ ਘਰ ਦੇ ਸਮਾਨ, ਆਪਣੇ ਪਸ਼ੂ ਰੱਖੇ ਹੋਣਗੇ, ਆਪਣੇ ਕੋਲ ਲੱਸੀ ਹੋਊ ਘਰ ਦੀ, ਜੀਵ ਅੰਮ੍ਰਿਤ ਹੋਊਗਾ, ਗਊ ਮੂਤਰ ਹੋਊਗਾ, ਤਾਂ ਹੀ ਫਸਲ ਹੋਊਗੀ। ਆਪਣੇ ਕੋਲ ਵਰਮੀ ਕੰਪੋਸਟ ਵੀ, ਇਹ ਸਾਰੀਆਂ ਚੀਜ਼ਾਂ ਮੌਜੂਦ ਨੇ ਜੀ। ਆਪਾਂ ਇਹਨਾਂ ਦੇ ਨਾਲ ਹੀ ਆਪਣੀ ਖੇਤੀ ਕਰਦੇ ਹਾਂ। ਅਸੀਂ ਆਪਣੇ ਘਰੇ ਆਪ ਤਿਆਰ ਕਰਦੇ ਹਾਂ, ਕੋਈ ਬਾਜ਼ਾਰ ਤੋਂ ਚੀਜ਼ ਮੁੱਲ ਨਹੀਂ ਲੈਣ ਜਾਂਦੇ। ਬਾਕੀ ਕਿਸਾਨ ਤਾਂ ਅੱਜ ਕੱਲ ਜਿਹੜੀ ਵੀ ਫਸਲ ਹੁੰਦੀ ਹੈ ਨਾ, ਸਿੰਥੈਟਿਕ ਬਹੁਤ ਹੁੰਦੀ ਹੈ, ਕੈਮੀਕਲ, ਪੂਰਾ ਕੈਮੀਕਲ। ਹਾਂਜੀ, ਉਹ ਤਾਂ ਕੈਮੀਕਲ, ਯੂਰੀਏ ਦੀਆਂ ਟਰਾਲੀਆਂ, ਡੀਏਪੀ ਦੀਆਂ ਟਰਾਲੀਆਂ ਭਰ ਕੇ ਲੈ ਕੇ ਆਉਂਦੇ ਨੇ। ਅਸੀਂ ਆਪਣੇ ਖੇਤਾਂ ਵਿੱਚ ਇਹੀ ਜੀ ਕੋਈ ਚੀਜ਼ ਨਹੀਂ ਲੈ ਕੇ ਆਉਂਦੇ। ਮੈਨੂੰ ਗਵਰਨਮੈਂਟ ਵੱਲੋਂ ਜਿੱਦਾਂ ਮੈਂ ਸਮੇਂ-ਸਮੇਂ ਤੇ ਟ੍ਰੇਨਿੰਗਾਂ ਲਾਉਂਦਾ ਜੀ। ਇਹ ਲੁਧਿਆਣਾ ਯੂਨੀਵਰਸਿਟੀ 'ਚ 240 ਘੰਟੇ ਦੀ ਮੈਂ ਟ੍ਰੇਨਿੰਗ ਲਾਈ ਦੀ। ਉੱਥੋਂ ਮੈਨੂੰ ਇਹ ਸਰਟੀਫਿਕੇਟ ਦਿੱਤਾ ਗਿਆ। ਆਪਣੇ ਹੱਥੀਂ ਮੈਂ ਆਪਣਾ ਕੰਮ ਕਰਦਾ ਜੀ। ਇਹ ਮੈਨੂੰ ਪੰਜਾਬ ਐਗਰੋ ਚੰਡੀਗੜ੍ਹ ਤੋਂ ਸਨਮਾਨਿਤ ਕੀਤਾ ਗਿਆ ਜੀ। ਮੇਰੀ ਰਜਿਸਟ੍ਰੇਸ਼ਨ ਹੋਈ ਆ। ਇਹ ਮੈਨੂੰ ਖੇਤੀਬਾੜੀ ਕਿਸਾਨ ਭਲਾਈ ਵੱਲੋਂ ਦਿੱਤਾ ਗਿਆ ਜੀ। ਇਹ ਮੈਂ ਆਪਣੀ ਘੋੜੀ ਰੱਖੀ ਆ ਖੇਤਾਂ ਵਿੱਚ, ਉਹ ਵੀ ਮੇਰੀ ਨੰਬਰ ਵਿੱਚ ਆਈ ਆ। ਉਹ ਨਾਲੇ ਤਾਂ ਸਾਨੂੰ ਆਪਣਾ ਸਵਾਰੀ ਦਾ ਕੰਮ ਦਿੰਦੀ ਆ, ਅਸੀਂ ਪੈਟਰੋਲ ਦੀ ਬਚਤ ਕਰਦੇ ਆ, ਉਹਦੇ ਨਾਲ ਆਪਣੀ ਸਵਾਰੀ ਕਰਦੇ ਆ, ਨਾਲੇ ਬੱਚੇ ਦਿੰਦੀ ਆ। ਇਹਦੇ ਨਾਲ ਵੀ ਸਾਨੂੰ ਆਮਦਨ ਹੁੰਦੀ ਆ ਜੀ। ਇਹ ਮੈਂ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਉਂਦਾ ਜੀ। ਮੈਨੂੰ ਪ੍ਰਦੂਸ਼ਣ ਬੋਰਡ ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਇਹ ਮੈਂ ਕੁੰਭਾਂ ਦੀ ਟ੍ਰੇਨਿੰਗ ਲਈ ਆ ਜੀ। ਕੁੰਭਾਂ ਵੀ ਮੈਂ ਆਪਣੇ ਸਿਆਲ ਵਿੱਚ ਆਪਣੇ ਖੇਤਾਂ ਵਿੱਚ ਉਗਾਉਣਾ ਜੀ। ਇਹ ਵੀ ਮੈਨੂੰ ਲੁਧਿਆਣੇ ਤੋਂ ਮਾਨਤਾ ਪੱਤਰ ਮਿਲਿਆ ਜੀ, ਉੱਥੇ ਮੈਂ ਟ੍ਰੇਨਿੰਗ ਲਾਈ ਤੀ। ਇਹ ਮੈਨੂੰ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ ਵੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਜੀ, ਡਿਪਟੀ ਕਮਿਸ਼ਨਰ ਵੱਲੋਂ। ਇਹ ਵੀ ਮੈਂ ਲੁਧਿਆਣੇ ਟ੍ਰੇਨਿੰਗ ਲਾਈ ਆ ਜੀ। ਇਹ ਮਾਰਕ ਸ਼ੀਟ ਆ ਜੀ, ਜਿਹੜਾ ਮੈਂ ਪੇਪਰ ਦਿੱਤਾ ਦੀ ਆਰਗੈਨਿਕ ਕਰਕੇ। ਇਹ ਵੀ ਮੇਰੇ ਤੋਂ ਸਪੈਸ਼ਲ ਮੇਰੇ ਟੈਸਟ ਹੋਏ ਤੇ ਜੀ, ਉਹਦੇ ਵਿੱਚੋਂ ਮੈਨੂੰ ਇਹ ਨੰਬਰ ਆਏ ਨੇ ਜੀ। ਖੇਤਾਂ 'ਚ ਤਾਂ ਤੁਸੀਂ ਆਰਗੈਨਿਕ ਫਾਰਮਿੰਗ ਕਰਕੇ ਪ੍ਰਦੂਸ਼ਣ ਘਟਾਉਂਦੇ ਹੋ। ਘਰ ਵਿੱਚ ਵੀ ਮੈਂ ਸੁਣਿਆ ਤੁਸੀਂ ਪੋਲਿਊਸ਼ਨ ਬਿਲਕੁਲ ਨਹੀਂ ਕਰਦੇ। ਹਾਂਜੀ, ਅਸੀਂ ਆਪਣੇ ਘਰ ਵਿੱਚ ਗੋਬਰ ਗੈਸ ਦੀ ਵਰਤੋਂ ਕਰਦੇ ਹਾਂ। ਜਿਹੜੇ ਕਿ ਪਹਿਲਾਂ ਤਾਂ ਅਸੀਂ ਗੋਬਰ ਗਊਆਂ ਦਾ ਗੋਬਰ ਗੈਸ ਵਿੱਚ ਪਾ ਕੇ ਸਾਡੇ ਗੈਸ ਬਣਦੀ ਆ, ਉਹ ਅਸੀਂ ਆਪਣਾ ਖਾਣਾ ਬਣਾਉਂਦੇ ਆ ਉਹਦੇ ਤੋਂ। ਜਿਹਦੀ ਉਹਦੀ ਸੈਲਰੀ ਆ, ਉਹ ਵੀ ਅਸੀਂ ਆਪਣੇ ਖੇਤਾਂ ਵਿੱਚ ਵਰਤਦੇ ਹਾਂ। ਅਸੀਂ ਆਪਣੇ ਬਹੁਤ ਪ੍ਰਦੂਸ਼ਣ ਘੱਟ ਕਰਦੇ ਹਾਂ। ਕਿਤੇ ਵੀ ਖੇਤ ਵਿੱਚ ਜਾਂ ਘਰ ਵਿੱਚ ਅੱਗ ਨਹੀਂ ਬਾਲਦੇ। ਗੈਸ ਤੋਂ, ਗੋਬਰ ਗੈਸ ਤੋਂ ਹੀ ਕੰਮ ਲੈਂਦੇ ਆ। ਸੈਲਰੀ ਫੇਰ ਸਾਡੇ ਕੰਮ ਆ ਜਾਂਦੀ ਆ। ਸਾਡੇ ਪਸ਼ੂ ਹੀ ਸਾਨੂੰ ਬਹੁਤ ਇਹਦੇ ਵਿੱਚ ਫਾਇਦਾ ਦਿੰਦੇ ਨੇ ਜੀ। ਤੇ ਘਰ ਦੇ ਵਿੱਚ ਹੀ, ਮਤਲਬ ਘਰ ਦੀ ਖੇਤੀ ਹੋ ਰਹੀ ਹੈ ਪੂਰੀ। ਘਰ ਦੀ ਲਾਗਤ ਜੀ ਘਰ ਵਿੱਚ ਹੀ ਸਰੀ ਜਾਂਦਾ। ਸਾਨੂੰ ਕੋਈ ਬਾਜ਼ਾਰੋਂ ਮੁੱਲ ਚੀਜ਼ ਨਹੀਂ ਲਿਆਉਣੀ ਪੈਂਦੀ। ਗੋਬਰ ਨਾਲ ਸਾਡਾ ਗੈਸ ਬਣ ਜਾਂਦਾ। ਉਸ ਤੋਂ ਬਾਅਦ ਸਾਡੇ ਖੇਤ ਵਿੱਚ ਗੋਬਰ ਫੇਰ ਕੰਮ ਦੇ ਦਿੰਦਾ ਆ ਕੇ ਸਾਨੂੰ ਜੀ। ਇਹਦੇ ਕਰਕੇ ਸਾਨੂੰ ਬਹੁਤ ਫਾਇਦਾ ਹੁੰਦਾ ਜੀ। ਆਹ ਕਾਹਦਾ ਬੂਟਾ ਲਾਇਆ? ਇਹ ਜੀ ਅਸੀਂ ਕੋਧਰੇ ਦਾ ਬੂਟਾ ਲਾਇਆ। ਇਹ ਸੁਲਤਾਨਪੁਰ ਲੋਧੀ ਜਾ ਕੇ ਅਸੀਂ ਟ੍ਰੇਨਿੰਗ ਲਈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਖੇਤੀ ਸ਼ੁਰੂ ਕਰੀ ਤੀ ਬੇਈ ਨਦੀ ਤੇ। ਉੱਥੇ ਸਾਨੂੰ ਦੱਸਿਆ ਗਿਆ ਵੀ ਜਿਹੜੇ ਸਾਡੇ ਪੇਟ ਦੀਆਂ ਬਿਮਾਰੀਆਂ ਨੇ, ਜਿੱਦਾਂ ਅਸੀਂ ਤੁਰ ਫਿਰਦੇ ਘੱਟ ਆ, ਬੈਠ ਕੇ ਦੁਕਾਨਦਾਰ ਵੀਰ ਨੇ, ਜੋ ਹੋਰ ਵੀ ਬਜ਼ੁਰਗ ਹੋ ਜਾਂਦੇ ਨੇ ਜਿਨ੍ਹਾਂ ਤੋਂ ਤੁਰ ਫਿਰ ਨਹੀਂ ਹੁੰਦਾ, ਇਹ ਸਾਨੂੰ ਕੋਧਰੇ ਦਾ
ਬੂਟਾ ਉੱਥੋਂ ਜੀ ਮਿਲਿਆ ਸੀ ਬੀਜ। ਇਹ ਕੋਦਰੇ ਦਾ ਬੀਜ ਆ। ਇਹ ਤੋਂ ਅਸੀਂ ਇਹ ਜੀਰੀ ਦੀ ਉਹ ਫਸਲ ਆ ਸਾਉਣੀ ਦੀ। ਇਹ ਅਸੀਂ ਪਿਛਲੇ ਸਾਲ ਆਪਣੇ ਖੇਤ ਵਿੱਚ ਉਗਾਈ ਤੀ। ਇਹਦਾ ਦਲੀਆ ਵੀ ਖਾਧਾ ਜਾਂਦਾ ਜੀ, ਇਹਦਾ ਆਟਾ ਪਿਹਾ ਕੇ ਵੀ ਖਾਧਾ ਜਾਂਦਾ। ਇਹਨੂੰ ਅਗਰ ਅਸੀਂ ਵਰਤੀਏ ਕਣਕ ਜਗ੍ਹਾ ਦੇ ਖਾਈਏ, ਕਣਕ ਤੋਂ ਹਟ ਕੇ ਹਫਤਾ ਅਸੀਂ ਕੋਦਰਾ ਖਾਈਏ, ਹਫਤਾ ਕੰਗਣੀ ਖਾਈਏ, ਹਫਤਾ ਰਾਗੀ ਖਾਈਏ, ਇਹਦੇ ਨਾਲ ਸਾਡਾ ਸਰੀਰ ਬਹੁਤ ਤੰਦਰੁਸਤ ਰਹਿੰਦਾ ਜੀ। ਇਹਦੇ ਸਾਨੂੰ ਬਹੁਤ ਫਾਇਦੇ ਨੇ। ਅਸੀਂ ਆਪਣੇ ਖੇਤਾਂ ਵਿੱਚ ਪਿਛਲੇ ਸਾਲ ਲਗਾਇਆ ਸੀ। ਇਹਦੇ ਨਾਲ ਪਾਣੀ ਦੀ ਬਚਤ ਵੀ ਹੁੰਦੀ ਹੈ, ਪ੍ਰਦੂਸ਼ਣ ਦੀ ਵੀ ਹੁੰਦੀ ਹੈ, ਨਾਲੇ ਸਾਨੂੰ ਆਪਣੇ ਸਿਹਤ ਵਾਸਤੇ ਬਹੁਤ ਫਾਇਦਾ ਹੁੰਦਾ। ਇਹ ਜਿੱਦਾਂ ਜੀਰੀ ਦੀ ਪਨੀਰੀ ਲਾਉਂਦੇ ਆ ਉੱਦਾਂ ਹੀ ਇਹ ਪਨੀਰੀ ਬੀਜਣੀਆਂ। ਪਹਿਲਾਂ ਪਨੀਰੀ ਬੀਜ ਕੇ 1-1 ਫੁੱਟ ਤੇ ਵੱਟਾਂ ਤੇ ਇਹ ਲਗਾਇਆ ਜਾਂਦਾ। ਫਿਰ ਜੀਰੀ ਦੇ ਨਾਲ ਹੀ ਇਹਨੂੰ ਕੱਟ ਕੇ ਜਿੱਦਾਂ ਬਾਸਮਤੀ ਜੀਰੀ ਝਾੜਦੇ ਆ ਉੱਦਾਂ ਝਾੜਿਆ ਜਾਂਦਾ। ਝਾੜ ਕੇ ਫਿਰ ਇਹ ਕੋਦਰਾ ਬਣ ਜਾਂਦਾ ਜੀ। ਜਿਹੜਾ ਇਹ ਕੋਦਰਾ ਹੈ ਉਹ ਇੱਕ ਹੋਰ ਤੁਹਾਨੂੰ ਦਿਖਾਉਂਦੇ ਆ। ਉਹ ਰਾਗੀ ਦਾ ਬੂਟਾ ਹੈ ਜੀ। ਉਹ ਵੀ ਇਸੇ ਤਰ੍ਹਾਂ ਬੀਜੀ ਜਾਂਦੀ ਆ। ਇਹ ਰਾਗੀ ਦਾ ਬੂਟਾ ਹੈ। ਇਹ ਰਾਗੀ ਦਾ ਬੂਟਾ ਜੀ। ਇਹ ਵੀ ਅਸੀਂ ਪਿਛਲੇ ਸਾਲ ਆਪਣੇ ਖੇਤ ਵਿੱਚ ਉਗਾਈ ਦੀ। ਇਹ ਰਾਗੀ ਆ। ਜੇ ਅਸੀਂ ਇੱਕ ਹਫ਼ਤਾ ਕੋਦਰਾ ਖਾ ਲਿਆ, ਦੂਜੇ ਹਫ਼ਤੇ ਰਾਗੀ ਖਾਈਏ, ਕੰਗਣੀ ਖਾਈਏ, ਸਵਾਂਗ ਖਾਈਏ, ਇਹ 5 ਤਰ੍ਹਾਂ ਦੇ ਮਿਲਟ 'ਚ ਨੇ ਜੀ। ਇਹ ਖਾਣ ਨਾਲ ਵੀ ਸਾਨੂੰ ਸਿਹਤ ਬਹੁਤ ਤੰਦਰੁਸਤ ਰਹੂਗੀ। ਅਸੀਂ ਕਹਿੰਦੇ ਆ ਬਿਮਾਰੀਆਂ ਤੋਂ ਬਚੀਏ, ਡਾਕਟਰਾਂ ਕੋਲ ਨਾ ਜਾਈਏ, ਮਹਿੰਗੇ ਆਪਰੇਸ਼ਨ ਨਾ ਕਰਾਈਏ। ਅਸੀਂ ਆਪਣੇ ਖੇਤਾਂ ਵਿੱਚ ਇਦਾਂ ਦੇ ਮਿਲਟਸ ਬੀਜ ਕੇ ਆਪਣੀ ਸਿਹਤ ਤੰਦਰੁਸਤ ਰੱਖੀਏ। ਇਹ ਆਪਣੇ ਖੇਤਾਂ ਵਿੱਚ ਅਸੀਂ ਉਗਾਉਂਦੇ ਆ ਜੀ। ਕਿਸੇ ਨੂੰ ਲੋੜ ਆ ਸਾਤੋਂ ਆ ਕੇ ਲੈ ਸਕਦਾ। ਇਹਦਾ ਆਟਾ ਵੀ ਖਾਧਾ ਜਾਂਦਾ ਜੀ, ਦਲੀਆ ਵੀ ਖਾਧਾ ਜਾਂਦਾ। ਇਹਦੇ ਬਹੁਤ ਫਾਇਦੇ ਨੇ ਜੀ ਸਾਨੂੰ। ਪੰਜਾਬ ਦਾ ਪਿਛਲੇ ਸਮਿਆਂ ਤੋਂ ਜਿੱਦਾਂ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸੀ, ਉਸ ਟਾਈਮ ਦੇ ਅਨਾਜ ਨੇ ਜੀ ਇਹ। ਇਹਨਾਂ ਨੂੰ ਅਸੀਂ ਭੁੱਲ ਚੁੱਕੇ ਹਾਂ। ਅਸੀਂ ਹੁਣ ਕਣਕ ਜੀਰੀ ਦੇ ਚੱਕਰ ਵਿੱਚ ਪੈ ਗਏ। ਇਸੇ ਕਰਕੇ ਸਾਨੂੰ ਬਿਮਾਰੀਆਂ ਵੱਧ ਲੱਗ ਗਈਆਂ। ਜੇ ਅਸੀਂ ਆਪਣੇ ਪੁਰਾਤਨ ਅਨਾਜ ਖਾਣ ਲੱਗ ਜਾਈਏ ਸਾਨੂੰ ਬਹੁਤ ਫਾਇਦੇ ਹੋਣਗੇ। ਆਹ ਦੇਖੋ ਜੀ, ਇਹ ਕੋਦਰਾ ਹੈ, ਇਹ ਰਾਗੀ ਆ। ਇਹਨਾਂ ਦੇ ਬਹੁਤ ਫਾਇਦੇ ਨੇ। ਡਾਕਟਰ ਅਮਰ ਸਿੰਘ ਆਜ਼ਾਦ ਨੇ ਜੀ ਪਟਿਆਲੇ ਤੋਂ, ਉਹ ਇਹਨਾਂ ਨਾਲ ਹੀ ਇਲਾਜ ਕਰਦੇ ਨੇ। ਬੰਦੇ ਨੂੰ ਕਹਿੰਦੇ ਨੇ ਕੋਈ ਦਵਾਈ ਦੀ ਲੋੜ ਨਹੀਂ, ਇਹੀ ਵਰਤੋ। ਮੈਂ ਉਹਨਾਂ ਦੇ ਨਾਲ ਸੁਲਤਾਨਪੁਰ ਲੋਧੀ 1 ਹਫ਼ਤਾ ਰਹਿ ਕੇ ਟ੍ਰੇਨਿੰਗ ਕਰਕੇ ਆਇਆ ਜੀ। ਅਕਸਰ ਅਸੀਂ ਕਹਿੰਦੇ ਕਿ ਪੁਰਾਤਨ ਸਮੇਂ 'ਚ ਲੋਕਾਂ ਦੀ ਵਧੀਆ ਸਿਹਤ ਦਾ ਰਾਜ਼ ਵੀ ਇਹੀ ਖਾਣ ਪੀਣ ਦੀ ਜੀ। ਉਸ ਟਾਈਮ ਆਪਣੇ ਘਰ ਦੇ ਸਰੋਂ ਦੇ ਤੇਲ ਹੁੰਦੇ ਤੇ ਜੀ, ਜਿੱਦਾਂ ਘਰ ਦੇ ਚਣੇ ਹੁੰਦੇ ਦੀ, ਮੁੱਲ ਨਹੀਂ ਦੀ ਆਪਾਂ ਕੋਈ ਚੀਜ਼ਾਂ ਲਿਆਉਂਦੇ। ਜੇ ਹੁਣ ਲੈ ਕੇ ਵੀ ਆਉਂਦੇ ਆ ਸਭ ਕੈਮੀਕਲ ਵਾਲੇ ਨੇ। ਸਾਡੇ ਬੱਚੇ 버ਗਰ ਪੀਜ਼ੇ ਖਾ ਕੇ ਆਪਣੀ ਸਿਹਤ ਵਿਗਾੜੀ ਫਿਰਦੇ ਨੇ ਜੀ। ਇਹਦੇ ਨਾਲ ਸਾਨੂੰ ਬਹੁਤ ਨੁਕਸਾਨ ਹੋਇਆ। ਸਾਨੂੰ ਇਹ ਪੁਰਾਤਨ ਚੀਜ਼ਾਂ ਹੀ ਵਰਤਣੀਆਂ ਚਾਹੀਦੀਆਂ ਨੇ। ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਗੱਲ ਕਰੀਏ, ਉਦੋਂ ਵੀ ਬਿਮਾਰੀਆਂ ਬਹੁਤ ਘੱਟ ਸਨ। ਹੁਣ ਤਾਂ ਗਲੀ ਡਾਕਟਰ ਹੁੰਦਾ ਤੇ ਹਰ ਇੱਕ ਡਾਕਟਰ ਕੋਲ ਹੀ ਇੰਨਾ ਰਸ਼ ਹੁੰਦਾ ਤੇ ਕਿਤੇ ਨਾ ਕਿਤੇ ਆਹੀ ਸਭ ਚੀਜ਼ਾਂ ਜੋ ਨੌਜਵਾਨ ਪੀੜ੍ਹੀ ਖਾ ਰਹੀ ਹੈ, ਕਿਉਂਕਿ ਜਾਗਰੂਕਤਾ ਨਹੀਂ ਹੈ। ਜਾਗਰੂਕਤਾ ਨਹੀਂ ਹੈ ਜੀ। ਸਾਡੇ ਬੱਚੇ ਤਾਂ ਜੀ 버ਗਰ ਪੀਜ਼ੇ ਖਾ ਕੇ ਸਿਹਤਾਂ ਖਰਾਬ ਕਰ ਲੀਆਂ। ਕੋਲਡ ਡਰਿੰਕ ਪੀ ਜਾਂਦੇ ਨੇ, ਐਪੀਆਂ ਪੀ ਜਾਂਦੇ ਨੇ। ਇਹਦੇ ਨਾਲ ਸਾਨੂੰ ਬਹੁਤ ਨੁਕਸਾਨ ਆ। ਘਰ ਦੇ ਅਸੀਂ ਆਪਣੇ ਖੇਤਾਂ ਵਿੱਚ ਨਿੰਬੂ ਜਾਤੀ ਦੇ ਬੂਟੇ ਬੀਜੇ ਨੇ, ਕਿੰਨੂ ਬੀਜੇ ਨੇ, ਸੰਤਰੇ ਬੀਜੇ ਨੇ। ਸਕੰਜਮੀ ਪੀਓ ਨਿੰਬੂਆਂ ਦੀ ਬਣਾ ਕੇ। ਆਪਣੇ ਜਿੱਦਾਂ ਰਵਾਇਤੀ ਉਹ ਨੇ ਜੀ, ਘਰ ਦੇ ਜੂਸ ਬਣਾ ਕੇ ਪੀਓ। ਜਿਹੜੇ ਸਾਡੇ ਕੋਲਡ ਡਰਿੰਕ ਨੇ, ਜਿੱਦਾਂ ਸਾਡੇ ਜੂਸ ਨੇ ਡੱਬਾ ਬੰਦ, ਇਹ ਸਾਨੂੰ ਬਹੁਤ ਸਾਡੀ ਸਿਹਤ ਨੂੰ ਨੁਕਸਾਨ ਕਰਦੇ ਨੇ ਜੀ। ਹਾਲੇ ਵੀ ਕਾਫੀ ਕਿਸਾਨ ਨੇ ਉਹ ਕਹਿੰਦੇ ਨੇ ਕਿ ਅਸੀਂ ਆਰਗੈਨਿਕ ਫਾਰਮਿੰਗ ਨਹੀਂ ਕਰਨੀ। ਇਹ ਤਾਂ ਕਿਉਂਕਿ ਟਰਾਲੇ ਭਰਨੇ ਹੁੰਦੇ ਆਪਣੇ। ਹਾਂਜੀ, ਉਹਨਾਂ ਨੇ ਟਰਾਲੇ ਭਰਨੇ ਹੁੰਦੇ ਨੇ। ਹੁਣ ਕਣਕ ਦਾ ਰੇਟ 1975 ਰੁਪਏ ਗਵਰਨਮੈਂਟ ਨੇ ਕੀਤਾ ਸੀ। ਉਹ ਵੀ ਫਿਰ ਕਹਿੰਦੇ ਨੇ ਜੀ ਟੋਕਨ ਮਿਲੂਗਾ। ਟੋਕਨ ਲੈ ਕੇ ਤਾਂ ਮੰਡੀ ਵਿੱਚ ਜਾਓ ਤੁਸੀਂ। ਕਰੋਨੇ ਦਾ ਚੱਲਦਾ, ਉੱਥੇ ਇਕੱਠ ਨਹੀਂ ਕਰਨਾ, ਭੀੜ ਨਹੀਂ ਕਰਨੀ। ਜਦ ਕਿ ਅਸੀਂ ਕਿਤੇ ਨਹੀਂ ਜਾਂਦੇ। ਸਾਡੇ ਕਸਟਮਰ ਸਾਡੇ ਖੇਤ 'ਚ ਆਪ ਆ ਕੇ ਸਾਨੂੰ ਫੋਨ ਆਉਂਦੇ ਨੇ। ਸਾਤੋਂ ਆਪਣੇ ਖੇਤ ਵਿੱਚੋਂ ਆ ਕੇ ਹੀ ਸਾਡੀ ਕਣਕ, ਹਲਦੀ, ਚੌਲ, ਸਰੋਂ ਦਾ ਤੇਲ ਸਾਤੋਂ ਆ ਕੇ ਆਪਣੇ ਫਾਰਮ ਤੋਂ ਹੀ ਲੋਕ ਲੈ ਕੇ ਜਾਂਦੇ ਨੇ ਜੀ। ਸਾਨੂੰ ਕਿਤੇ ਜਾਣ ਦੀ ਲੋੜ ਨਹੀਂ। ਨਾਲੇ ਸਾਨੂੰ ਭਾਅ ਵੱਧ ਮਿਲਦਾ, ਨਾਲੇ ਸਾਨੂੰ ਆਪਣੇ ਖੇਤ ਵਿੱਚ ਹੀ ਬੈਠ ਕੇ ਕੰਮ ਕਰਨ ਦਾ ਟਾਈਮ ਮਿਲਦਾ ਜੀ। ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਆ ਵੀ ਹੁੰਦਾ, ਡਰ ਹੁੰਦਾ ਕਿ ਕਸਟਮਰ ਹਲੇ ਗ੍ਰਾਹਕ ਘੱਟ ਹੈ ਆਰਗੈਨਿਕ ਫਾਰਮਿੰਗ ਦਾ, ਤਾਂ ਕਰਕੇ ਵੀ ਨਹੀਂ ਬੀਜਦੇ। ਨਹੀਂ ਜੀ, ਗਾਹਕ ਤਾਂ ਚਲੋ ਆਪਾਂ ਖਾਵਾਂਗੇ। ਪਹਿਲਾਂ ਮੈਂ 1 ਕਿਲੋ ਤੋਂ ਸ਼ੁਰੂ ਕੀਤਾ ਸੀ। ਜੇ ਮੇਰੀ ਸਿਹਤ ਠੀਕ ਹੋਈ, ਮੇਰੇ ਨਾਲ ਹੋਰ ਬੰਦੇ ਜੁੜਨ ਲੱਗੇ, ਮੇਰੇ ਪਰਿਵਾਰ ਦੀ ਸਿਹਤ ਠੀਕ ਹੋਈ, ਮੈਨੂੰ ਦੇਖ ਕੇ ਫਿਰ ਮੈਂ ਹੁਣ ਆਪਣੇ ਖੇਤਾਂ ਵਿੱਚ ਇਕੱਲਾ ਹੀ ਕੰਮ ਕਰਦਾ। ਨਹੀਂ, ਲੋਕਾਂ ਨੇ 4-4 ਭਈਏ ਰੱਖੇ ਵੇ ਨੇ, ਉਹਨਾਂ ਤੋਂ ਕੰਮ ਕਰਵਾਉਂਦੇ ਨੇ। ਆਪ ਕਹਿੰਦੇ ਨੇ ਸਾਡੀ ਢੂਹੀ ਦੁਖਦੀ ਆ, ਸਾਡੀਆਂ ਲੱਤਾਂ ਦੁਖਦੀਆਂ ਨੇ। ਉਹ ਏਸੀ ਵਿੱਚ ਬੈਠੇ ਰਹਿੰਦੇ ਨੇ, ਕੰਮ ਤਾਂ ਕਰਨਾ ਨਹੀਂ। ਫੇਰ ਤਾਂ ਬਿਮਾਰੀ ਤਾਂ ਲੱਗੂਗੀ। ਉਹ ਜਿੰਨਾ ਚਿਰ ਆਪਾਂ ਆਪਣੇ ਸਰੀਰ 'ਚੋਂ ਪਸੀਨਾ ਨਹੀਂ ਕੱਢਦੇ,
ਆਪਣਾ ਸ਼ੁੱਧ ਖਾਣ ਪੀਣ ਨਹੀਂ ਕਰਦੇ ਉਹਨਾਂ ਚਿਰ ਤਾਂ ਆਪਾਂ ਡਾਕਟਰਾਂ ਕੋਲ ਜਾਣਾ ਹੀ ਪਊਗਾ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਰਣਧੀਰ ਸਿੰਘ ਜੀ, ਬਹੁਤ ਜਾਣਕਾਰੀ ਦਿੱਤੀ ਤੁਸੀਂ ਸਾਡੇ ਦਰਸ਼ਕਾਂ ਨੂੰ। ਤਾਂ ਜਿਹੜੇ ਜਾਣੂ ਨਹੀਂ ਸਨ, ਹਾਂਜੀ ਕਾਫੀ ਸਾਰੇ ਚੀਜ਼ਾਂ ਦੇ ਤੁਸੀਂ ਉਹਨਾਂ ਤੇ ਆਪਣੀ ਨਜ਼ਰ ਦੱਸੀ ਤੇ ਲੋਕਾਂ ਨੂੰ ਬਹੁਤ ਜਾਣੂ ਕੀਤਾ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਬਹੁਤ ਧੰਨਵਾਦ ਜੀ। ਮੇਰਾ ਨੰਬਰ ਮੈਂ ਦੱਸ ਦਿੰਦਾ, ਜੇ ਕਿਸੇ ਮੇਰੇ ਵੀਰ ਨੂੰ ਦਿੱਕਤ ਆ, ਕੋਈ ਵੀ ਚੀਜ਼ ਲੈਣੀ ਆ, ਕੋਈ ਵੀ ਖੇਤੀ ਸ਼ੁਰੂ ਕਰਨੀ ਆ, ਆਪਣੇ ਕੋਲ ਵਰਮੀ ਕੰਪੋਸਟ ਵੀ ਆ, ਗੰਡੋਏ ਅਲਟਾਨੀਅਨ ਵੀ ਅਸੀਂ ਦਿੰਨੇ ਆ, ਉਹ ਵੀ ਅਸੀਂ ਆਪਦਾ ਤਿਆਰ ਕਰਦੇ ਆ। 94 630 45 843 ਜੀ। ਜਦੋਂ ਮਰਜ਼ੀ ਸਾਨੂੰ ਆ ਕੇ ਮਿਲ ਸਕਦੇ ਨੇ। ਸਾਡਾ ਫਾਰਮ ਖੰਨੇ ਦੇ ਨੇੜੇ ਪੈਂਦਾ ਜੀ। ਜਦੋਂ ਮਰਜ਼ੀ ਆਓ, ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਆ, ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜੀ। ਅਸੀਂ ਹਰ ਟਾਈਮ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅੱਜ ਅਸੀਂ ਤੁਹਾਨੂੰ ਕਰਾਈ ਖੇਤਾਂ ਦੀ ਸੇਵਾ, ਕਿਸ ਤਰ੍ਹਾਂ ਆਰਗੈਨਿਕ ਫਾਰਮਿੰਗ ਤੁਹਾਡੀ ਸਿਹਤ ਲਈ ਲਾਭਦਾਇਕ ਹੈ। ਜਿੱਥੇ ਕਿਸਾਨਾਂ ਨੂੰ ਮੁਨਾਫਾ ਹੋਏਗਾ, ਉੱਥੇ ਆਮ ਲੋਕਾਂ ਦੇ ਘਰਾਂ 'ਚ ਵੀ ਸ਼ੁੱਧ ਖਾਣ ਪੀਣ ਜਾਏਗਾ। ਜੇ ਕਿਸਾਨ ਇਸ ਵੱਲ ਵਧਣਗੇ ਤਾਂ ਆਮ ਲੋਕੀ ਵੀ ਠੀਕ ਹੋਣਗੇ। ਕਿਸਾਨਾਂ ਨਾਲ ਆਪ ਹੀ, ਜਿਸ ਤਰ੍ਹਾਂ ਰਣਧੀਰ ਸਿੰਘ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪ ਟਰਾਇਲ ਕੀਤਾ, ਆਪਣੀ ਸਿਹਤ ਵਧੀਆ ਬਣਾਈ, ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਆਰਗੈਨਿਕ ਫਾਰਮਿੰਗ ਦੇ ਕਿੰਨੇ ਫਾਇਦੇ ਨੇ। ਹੋਰ ਲੋਕਾਂ ਨੂੰ ਵੀ ਜਾਗਰੂਕ ਕੀਤਾ। ਐਜ਼ ਅ ਪ੍ਰੋਫੈਸਰ ਵੀ ਕੰਮ ਕਰਦੇ ਰਹੇ ਨੇ, ਲੋਕਾਂ ਨੂੰ ਜਾਗਰੂਕ ਕਰਦੇ ਰਹੇ ਨੇ। ਐਗਰੀਕਲਚਰਲ ਦੇ ਜਿਹੜੇ ਬੱਚੇ ਵੀ ਨੇ, ਜੋ ਐਗਰੀਕਲਚਰ ਦੀ ਪੜ੍ਹਾਈ ਕਰ ਰਹੇ ਨੇ, ਉਹ ਵੀ ਇਹਨਾਂ ਦੇ ਖੇਤਾਂ ਵਿੱਚ ਆਉਂਦੇ ਨੇ, ਸਮਝਦੇ ਨੇ ਕਿ ਕਿਸ ਤਰ੍ਹਾਂ ਖੇਤੀ ਕਰਨੀ ਚਾਹੀਦੀ ਹੈ। ਤਾਂ ਕਿਸਾਨਾਂ ਨੂੰ ਵੀ ਇਸ ਵੱਲ ਵਧਣਾ ਚਾਹੀਦਾ, ਤਾਂ ਕਿ ਆਮ ਲੋਕਾਂ ਦੇ ਵਿੱਚ ਵੀ ਸ਼ੁੱਧ ਜਿਹੜਾ ਆਪਾਂ ਖਾਣ ਪੀਣ ਆਪਾਂ ਬਦਨਾਮ ਕਰਦੇ ਆਪਣੇ ਦੇਸ਼ ਨੂੰ ਹੀ, ਕਿਉਂਕਿ ਆਪਾਂ ਹੀ ਇਸ ਵੱਲ ਵਧੇ ਹਾਂ। ਆਪਾਂ ਦੇਸ਼ ਨੂੰ ਬਦਨਾਮ ਕਰਦੇ ਹਾਂ ਕਿ ਮਿਲਾਵਟ ਹੁੰਦੀ ਹੈ, ਟੀਕੇ ਲਗਾਏ ਜਾਂਦੇ ਨੇ। ਤਾਂ ਕਿਤੇ ਨਾ ਕਿਤੇ ਇੱਥੇ ਹੀ ਸ਼ੁਰੂ ਹੁੰਦਾ ਜੇ ਹਰ ਕੋਈ ਆਰਗੈਨਿਕ ਫਾਰਮਿੰਗ ਕਰਨੀ ਸ਼ੁਰੂ ਕਰ ਦੇ, ਹਰ ਕੋਈ ਸ਼ੁੱਧ ਖਾਣ ਪੀਣ ਆਪਣਾ ਬਣਾਉਣਾ ਸ਼ੁਰੂ ਕਰ ਦੇ, ਸ਼ੁੱਧ ਖਾਏ, ਤਾਂ ਕਿਸ ਤਰ੍ਹਾਂ ਅਸੀਂ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਤੇ ਵਧੀਆ ਖਾਵਾਂਗੇ ਤਾਂ ਵਧੀਆ ਸਿਹਤ ਵੀ ਬਣੇਗੀ, ਤਾਂ ਡਾਕਟਰਾਂ ਦੇ ਜਿਹੜੇ ਚੱਕਰ ਕੱਟਦੇ ਰਹਿੰਦੇ ਆ ਤਾਂ ਉਹ ਵੀ ਕਿਤੇ ਨਾ ਕਿਤੇ ਬੰਦ ਹੋ ਜਾਣਗੇ। ਹੋਰ ਖਬਰਾਂ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ। ਕੈਮਰਾਮੈਨ ਦਰਸ਼ੀ ਦੇ ਨਾਲ ਜਸਨੂਰ ਤਵਨ, ਖੰਨਾ।